Hello students, I am Monica. Welcome to you to my online class. There is a computer system organization and architecture subject in which we will complete the computer organization first chapter of this subject. ਇਹਦੇ ਵਿੱਚ ਬੱਚੇ ਆਪਣੇ ਕੋਲ ਕੰਪਿਊਟਰ ਆਰਗੇਨਾਈਜੇਸ਼ਨ ਹੈ। ਕੰਪਿਊਟਰ ਆਰਗੇਨਾਈਜੇਸ਼ਨ ਕੀ ਚੀਜ਼ ਹੈ ਕਿ ਆਰਗੇਨਾਈਜ਼ ਕਰਨਾ ਇੱਕ ਕੰਪਿਊਟਰ ਸਿਸਟਮ ਕਿਸ ਤਰੀਕੇ ਨਾਲ ਕਿਸ ਚੀਜ਼ ਦੇ ਲਈ ਕਿਸ ਪਰਪਸ ਦੇ ਲਈ ਆਪਾਂ ਇਸ ਕੰਪਿਊਟਰਸ ਨੂੰ ਆਰਗੇਨਾਈਜ਼ ਕਰਨਾ। ਫਸਟਲੀ ਆਪਣੇ ਕੋਲ ਇਹਦੇ ਵਿੱਚ ਹੈ ਕਿ ਕੰਪਿਊਟਰ ਕੀ ਹੁੰਦਾ ਹੈ। ਇਹ ਆਪਾਂ ਸਭ ਨੇ ਪਹਿਲਾਂ ਪੜ੍ਹਿਆ ਹੀ ਹੋਇਆ ਕਿ ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਕਿ ਜੋ ਇਨਪੁਟ ਲੈਂਦਾ ਹੈ, ਪ੍ਰੋਸੈਸਿੰਗ ਕਰਦਾ ਹੈ ਅਤੇ ਆਊਟਪੁੱਟ ਦਿੰਦਾ। ਕੰਪਿਊਟਰ ਇੱਕ ਮਸ਼ੀਨ ਹੈ। ਇਹਨੂੰ ਆਪਾਂ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ, ਜਿਹਦੇ ਵਿੱਚ ਆਪਣੇ ਕੋਲ ਆਉਂਦੇ ਆ ਸੈਂਟਰਲ ਪ੍ਰੋਸੈਸਿੰਗ ਯੂਨਿਟ, ਮੇਨ ਮੈਮਰੀ ਐਂਡ ਇਨਪੁਟ ਆਊਟਪੁੱਟ ਸਬਸਿਸਟਮਸ। ਇਹ ਇਹਦਾ ਸਟਰਕਚਰ ਬਣਿਆ ਹੋਇਆ ਕਿ ਆਪਣੇ ਕੋਲ CPU ਹੈ ਜਿਹਨੂੰ ਆਪਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਹਿੰਦੇ ਹਾਂ। ਇਹ ਇੰਟਰਕਨੈਕਟਡ ਹੈ ਕਿਹਦੇ ਨਾਲ? ਮੇਨ ਮੈਮਰੀ ਦੇ ਨਾਲ। ਦੈਨ these both are interconnected with the IO devices. IO devices ਦੇ ਵਿੱਚ ਆਪਣੇ ਕੋਲ ਕਿਹੜੇ ਆਉਂਦੇ ਆ? ਕੀਬੋਰਡ, CPU, ਸਕੈਨਰ, ਪ੍ਰਿੰਟਰ, CD। ਇਹ ਆਪਣੇ ਕੋਲ ਸਾਰੇ ਕੀ ਨੇ? ਇਹ ਇੱਕ IO devices ਨੇ ਜੋ ਇਨਪੁਟ ਲੈਣ ਲਈ ਅਤੇ ਆਊਟਪੁੱਟ ਦੇਣ ਲਈ ਆਪਣੇ ਕੋਲ ਕਨੈਕਟਡ ਹੁੰਦੇ ਆ। ਮੈਮਰੀ ਦੇ ਵਿੱਚ ਜੋ ਆਪਣੀਆਂ ਵੈਲਿਊਜ਼ ਨੇ ਉਹ ਰਿਜ਼ਾਈਡ ਕਰਦੀਆਂ ਨੇ, ਜੋ ਆਪਾਂ CPU ਤੋਂ ਪ੍ਰੋਸੈਸਿੰਗ ਕਰਕੇ ਲੈਂਦੇ ਹਾਂ ਜਾਂ CPU ਨੂੰ ਆਪਾਂ ਪ੍ਰੋਸੈਸਿੰਗ ਦੇ ਲਈ ਦਿੰਦੇ ਹਾਂ। ਦੈਨ ਆਪਣੇ ਕੋਲ ਨੈਕਸਟ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। ਕੀ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ? ਪਰਫੋਰਮ ਕਰਦਾ ਹੈ, ਇੱਕ ਪਾਰਟ ਹੈ ਕੰਪਿਊਟਰ ਦਾ ਜੋ ਪਰਫੋਰਮ ਕਰਦਾ ਆਪਰੇਸ਼ਨਸ ਔਨ ਡਾਟਾ। ਡਾਟਾ ਕਿਹੜਾ? ਜੋ ਆਪਾਂ ਇਹਨੂੰ ਕੰਪਿਊਟਰ ਨੂੰ ਦਿੱਤਾ ਹੈ ਕੋਈ ਵੀ ਟਾਸਕ ਪਰਫੋਰਮ ਕਰਨ ਲਈ। ਇਨ ਮੋਸਟ ਆਰਕੀਟੈਕਚਰਸ ਇਟ ਹੈਜ਼ 3 ਪਾਰਟਸ। ਕਾਫੀ ਆਰਕੀਟੈਕਚਰਸ ਦੇ ਵਿੱਚ ਇਹਦੇ 3 ਪਾਰਟਸ ਨੇ ਆਪਣੇ ਕੋਲ: ALU, ਕੰਟਰੋਲ ਯੂਨਿਟ ਐਂਡ ਰਜਿਸਟਰਸ। these are the 3 parts of CPU. ALU ਦੇ ਵਿੱਚ ਕੀ ਆਪਣੇ ਕੋਲ? ਅਰਥਮੈਟਿਕ ਲੌਜੀਕਲ ਯੂਨਿਟਸ ਨੇ। ਕੰਟਰੋਲ ਯੂਨਿਟਸ ਮਤਲਬ ਜੋ ਆਪਣੀਆਂ ਅਰਥਮੈਟਿਕ ਓਪਰੇਸ਼ਨਸ ਹੋ ਰਹੇ ਨੇ ਉਹਨਾਂ ਨੂੰ ਕੰਟਰੋਲ ਕਰਨਾ, ਉਹਨਾਂ ਨੂੰ ਪ੍ਰੋਪਰ ਵੇ ਦੇ ਵਿੱਚ ਪਾਸ ਕਰਨਾ ਫॉर ਪਰਫੋਰਮਿੰਗ ਐਨੀ ਟਾਸਕ ਔਨ ਦੈਟ ਡਾਟਾ। ਰਜਿਸਟਰਸ ਕੀ ਨੇ ਕਿ ਜਿੱਥੇ ਆਪਾਂ ਟੈਂਪਰਰੀ ਟਾਈਮ ਲਈ ਜੋ ਆਪਾਂ ਡਾਟਾ 'ਤੇ ਪ੍ਰੋਸੈਸਿੰਗ ਕੀਤੀ ਆ ਉਹਨਾਂ ਨੂੰ ਸੇਵ ਕਰਨ ਲਈ ਯੂਜ਼ ਕਰਦੇ ਹਾਂ। ਦੈਨ ਇਹਦੇ ਵਿੱਚ ਦੇਖੋ ALU ਨੂੰ ਡਿਫਾਈਨ ਕੀਤਾ ਹੈ ਕਿ ALU ਕੀ ਹੈ? ਅਰਥਮੈਟਿਕ ਲੌਜੀਕਲ ਯੂਨਿਟ ਹੈ ਜਿਹੜੀ ਕਿ ਪਰਫੋਰਮ ਕਰਦੀ ਹੈ ਲੌਜਿਕ, ਸ਼ਿਫਟ ਐਂਡ ਅਰਥਮੈਟਿਕ ਓਪਰੇਸ਼ਨਸ ਔਨ ਦਾ ਡਾਟਾ। ਲੌਜਿਕ ਓਪਰੇਸ਼ਨਸ ਜਿਵੇਂ ਕਿ ਨੋਟ, ਐਂਡ, ਔਰ, ਐਗਜ਼ੋਰ, ਥੀਜ਼ ਆਰ ਦਾ ਲੌਜੀਕਲ ਓਪਰੇਸ਼ਨਸ। ਸ਼ਿਫਟ ਓਪਰੇਸ਼ਨਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਚੀਜ਼ ਹੈ ਆਪਣੇ ਕੋਲ ਜਿਵੇਂ ਸ਼ਿਫਟ ਕਰਨੀ ਹੈ ਟੂ ਰਾਈਟ ਸਾਈਡ ਔਰ ਟੂ ਲੈਫਟ ਸਾਈਡ, ਟੂ ਅਪ, ਟੂ ਡਾਊਨ, ਫॉर द shifting of the numbers. arithmetic operations की arithmetic for the calculations on the integers and real numbers। जो integer numbers ने ਜਾਂ real numbers ने ਉਹਨਾਂ 'ਤੇ ਆਪਣੇ arithmetic operations ਨੂੰ perform ਕਰਨਾ। next ਆਪਣੇ ਕੋਲ ਹੈ registers। registers ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਆਪਾਂ ਇੱਕ temporary storage ਹੈ ਜਿੱਥੇ ਆਪਾਂ ਆਪਣੇ ਡਾਟਾ ਨੂੰ ਸਟੋਰ ਕਰਦੇ ਹਾਂ after the performing any task on that data। Registers are fast stand-alone storage locations that hold data temporarily। ਕਿ ਜਿੱਥੇ ਡਾਟਾ ਨੂੰ ਟੈਂਪਰਰੀ ਉਹ ਸਟੋਰ ਕਰਦਾ ਹੈ, ਆਪਣੇ ਕੋਲ ਸੇਵ ਕਰਕੇ ਰੱਖਦਾ ਹੈ। ਮਲਟੀਪਲ ਰਜਿਸਟਰਸ ਆਰ ਨੀਡਡ ਟੂ ਫੈਸਿਲਿਟੇਟ ਦਾ ਆਪਰੇਸ਼ਨ ਆਫ ਦਾ CPU। ਇੱਥੇ ਆਪਣੇ ਕੋਲ ਮਲਟੀਪਲ ਰਜਿਸਟਰਸ ਚਾਹੀਦੇ ਹੁੰਦੇ ਨੇ CPU ਦੇ ਆਪਰੇਸ਼ਨਸ ਨੂੰ ਪਰਫੋਰਮ ਕਰਾਉਣ ਲਈ, ਜਿਵੇਂ ਕਿ ਡਾਟਾ ਰਜਿਸਟਰਸ, ਇੰਸਟਰਕਸ਼ਨ ਰਜਿਸਟਰਸ, ਪ੍ਰੋਗਰਾਮ ਕਾਊਂਟਰ। ਡਾਟਾ ਰਜਿਸਟਰਸ ਕੀ ਕਰਦੇ ਨੇ? ਜਿੱਥੇ ਆਪਾਂ ਡਾਟਾ ਸੇਵ ਕਰਦੇ ਹਾਂ। ਇੰਸਟਰਕਸ਼ਨ ਰਜਿਸਟਰਸ ਦਾ ਕੀ ਕੰਮ ਕਰਦਾ ਕਿ ਇੰਸਟਰਕਸ਼ਨਸ ਨੂੰ ਸਟੋਰ ਕਰਕੇ ਰੱਖਣਾ, ਜੋ ਇੰਸਟਰਕਸ਼ਨਸ ਆਈਆਂ ਨੇ ਕਿ ਇਸ ਡਾਟਾ 'ਤੇ ਇਹ ਟਾਸਕ ਆਪਾਂ ਪਰਫੋਰਮ ਕਰਨਾ ਅਤੇ ਕਿਹੜੇ ਤਰੀਕੇ ਨਾਲ ਉਹਨੂੰ ਪਰਫੋਰਮ ਕਰਨਾ। ਪ੍ਰੋਗਰਾਮ ਕਾਊਂਟਰ ਕੀ ਹੈ ਕਿ ਜੋ ਆਪਣੇ ਪ੍ਰੋਗਰਾਮਸ ਹੋਏ ਨੇ ਪ੍ਰੋਗਰਾਮ ਅਤੇ ਉਹਨਾਂ 'ਤੇ ਕਾਊਂਟਰ ਪ੍ਰੋਪਰਲੀ ਕਿ ਉਹਨਾਂ ਨੂੰ ਕਾਊਂਟ ਕਰਕੇ ਹਰ ਇੱਕ ਚੀਜ਼ ਨੂੰ ਪ੍ਰੋਪਰ ਵੇ ਦੇ ਵਿੱਚ ਮੈਨੇਜ ਕਰਨਾ, ਉਹਨਾਂ ਨੂੰ ਸੀਰੀਅਲਾਈਜੇਸ਼ਨ ਪ੍ਰੋਵਾਈਡ ਕਰਨਾ। ਦੈਨ ਆਪਣੇ ਕੋਲ ਆਉਂਦਾ ਹੈ ਕੰਟਰੋਲ ਯੂਨਿਟ। 3 ਪਾਰਟਸ ਸੀ ਆਪਣੇ ਕੋਲ ALU, CU ਐਂਡ ਰਜਿਸਟਰਸ। ਦੈਨ ਆਪਣੇ ਕੋਲ ਹੈ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਕੀ ਕਰਦਾ? ਕੰਟਰੋਲਸ ਦਾ ਆਪਰੇਸ਼ਨ ਆਫ ਈਚ ਸਬ ਸਿਸਟਮ।
हरेक सब सिस्टम का ऑपरेशन वो कंट्रोल करता है। कंट्रोलिंग इज़ अचीव्ड थ्रू सिग्नल्स सेंड फ्रॉम द कंट्रोल यूनिट टू अदर सब सिस्टम्स। ये कंट्रोलिंग अचीव की जाती है थ्रू द सिग्नल्स सेंट फ्रॉम द कंट्रोल यूनिट, जिहड़ी कि कंट्रोल यूनिट सिस्टम अपने सिग्नल्स नूं सेंड करता है किसी होर सिस्टम को। नैक्सट अपने को मेन मैमरी जो कि अपने CPU का पार्ट है। मेन मैमरी दे विच की है, इट कंसिस्ट ऑफ कलैक्शन ऑफ स्टोरेज लोकेशन। ये स्टोरेज लोकेशन है जिथे आप ईच विद द यूनीक आइडेंटिफायर, हर एक को अपना यूनीक आइडेंटिफायर की ने कि जितों आपां नूं उस चीज़ बारे आइडेंटिफाई होंदा है कि किदां दी चीज़ है, किहड़ी इहदी डाटा टाइप है, एंड कॉल्ड एंड एड्रैस। तो ये सारिया चीज़ां जिहदे विच इनकलूड होंदियां उहदी लोकेशन बारे ते उहदा आइडेंटिफायर बारे उन्होंने आपां की कहने आ, एड्रैस कहने। डाटा इज़ ट्रांसफर्ड टू एंड फ्रॉम मैमरी इन ग्रुप ऑफ बिट्स। ये विच आपां डाटा ट्रांसफर करते हैं टू एंड फ्रॉम मैमरी नूं ते मैमरी तो इस डाटा नूं ट्रांसफर करना, मतलब कि आईओ डिवाइसिस तो मैमरी नूं जां मैमरी तो आईओ डिवाइसिस नूं, एक ही अपनी डाटा ट्रांसफरिंग है इन ग्रुप ऑफ बिट्स कॉल्ड वर्ड्स। बिट्स की फॉर्म दे विच डाटा नूं सेव करना। नैक्सट अपने को डाटा वर्ड दे विच की चीज़ है कि वर्ड कैन बी ग्रुप ऑफ 8 बिट्स, 16 बिट्स, 32 बिट्स और 64 बिट्स। तो ये सारिया अपने की ने एक डाटा वर्ड की लेंथ है कि वो किन्ने बिट्स का, किन्नी बाइट्स का, क्योंकि 4 बिट्स नूं मिला के एक बाइट बनती है, 8 बिट्स ने तो 2 बाइट्स ने, सॉरी 16 बिट्स ने तो 2 बाइट्स ने। दैन एड्रैस स्पेस है जिथे कि आप किसी भी वर्ड की इन्फॉर्मेशन उहदे बारे जो भी जानकारी है उन्होंने सारिਆਂ ਨੂੰ सेव करके रखा है। दैन नैक्सट है मैमरी यूनिट्स ने अपन दसिया कि किहड़ियां होंदियां, किलोबाइट्स, मैगाबाइट्स, गीगाबाइट्स, टेराबाइट्स। तो ये सारिया बाइट्स ने एक्चुअल दे विच 2 दी रेज़ पावर 10 1024 बाइट्स होंदियां ने। किलोबाइट्स दे विच इन्नियां बाइट्स होंदियां, 1 मैगाबाइट दे विच 1048576 जिन्हों आप 2 दी रेज़ पावर 20 की फॉर्म च भी लिख सकते हैं, इन्नियां बाइट्स होंदियां। दैन नैक्सट अपने को ये इन्हां दियां जो आप इन्हां दियां यूनिट्स ने जिहदे विच आप अपना डाटा सेव करते हैं। दैन मैमरी टाइप्स आंदियां अपने को, ये सारिया बच्चे अपने को एक कंप्यूटर ऑर्गेनाइजेशन है कि कंप्यूटर को किवें ऑर्गेनाइज किया होया है, कंप्यूटर के विच की पार्ट्स ने वो की टास्क परफॉर्म करते हैं। तो ये सारी एक ऑर्गेनाइजेशन है इस कंप्यूटर की, कंप्यूटर सिस्टम ऑर्गेनाइजेशन। दैन इस तो बाद अपने को है मैमरी टाइप्स। मैमरी टाइप्स के विच अपने को 2 तरह दी मेन आप पढ़ते हैं, रैम एंड रोम। रैम की है रैंडम असेस मैमरी, ये की है रीड ओनली मैमरी, जिन्हों आप रैंडमली असेस कर सकते हैं। विचों कोई भी डाटा अगर आप लभना है, उन्होंने पढ़ना है तो आप वो रैंडमली वो असेस कर सकते हैं। मैमरी के विचों आप लैके उन्होंने स्क्रीन पर आउट कर सकते हैं, डिस्पले कर सकते हैं। ये रीड ओनली मैमरी जिसनों सिर्फ आप रीड कर सकते हो तो कोई भी टास्क नहीं परफॉर्म कर सकते। रैम के अंडर अपने को किहड़ियां आंदियां, स्टैटिक रैम है, एस रैम, डायनेमिक रैम है, डी रैम। रोम के अंदर अपने को पी रोम, ई पी रोम, ई पी रोम, प्रोग्रामेबल रीड ओनली मैमरी, इरेजेबल प्रोग्रामेबल, इलैक्ट्रिकली इरेजेबल प्रोग्रामेबल रीड ओनली मैमरी। नैक्सट अपने को है मैमरी हायरार्की। मैमरी हायरार्की दे विच की है कि मैमरी का स्ट्रक्चर की है, हम अपने को कि वो मैमरी किवें रिजाइड कर रही है एक कंप्यूटर के अंदर, एक CPU पार्ट के अंदर। कंप्यूटर यूजर्स नीड अ लॉट ऑफ मैमरी। ऑबवियसली कि यूजर जो कंप्यूटर पर टास्क परफॉर्म कर रहे हैं तो अपने डाटा को सेव करने लिए उन्होंने मैमरी की लोड़ है। दैन वो मैमरी भी अपने को अलग अलग तरीक़े नाल CPU के अंदर अपने को कंप्यूटर के विच पई है। स्पैशली मैमरी दैट इज़ वेरी फास्ट एंड इनएक्सपेंसिव, जिहड़ी कि एक्सपेंसिव ना होवे ते काम करन दे विच फास्ट होवे, आपां यूजर वही रिक्वायर्ड करता है। वेरी फास्ट मैमरी इज़ यूजली नॉट चीप। जो फास्ट होगी ऑब्वियसली वो सस्ती नहीं होगी, तो महंगी होएगी, ठीक है। अ कॉम्प्रोमाइज़ नीड्स टू बी मेड। द सोल्यूशन इज़ हायरार्किकल लैवल्स ऑफ द मैमरी। तो इस चीज़ को सॉल्व करने लिए आपां की करते हैं, एक हायरार्की बनाई है। हायरार्की किवें बनाई है कि आप रजिस्टर्स ले, कैशे मैमरी ले ते मेन मैमरी। एक मैमरी को आप 3 पार्ट्स के विच डिवाइड करता। जो रजिस्टर्स ने वो सब तो फास्टेस्ट ने, ते जिहड़ी मेन मैमरी है मतलब इत्थों स्लोएस्ट सब तो पॉइंट है, फिर ये हुंदी हुंदी अपना काम करती है।
ਤੇ ਜਿਹੜੇ ਰਜਿਸਟਰਸ ਨੇ ਮੋਰ ਕੋਸਟਲੀ ਨੇ ਤੇ ਜਿਹੜੀ ਮੇਨ ਮੈਮਰੀ ਆਪਣੀ ਲੈਸ ਕੋਸਟਲੀ ਹੈ। ਤਾਂ ਜੋ ਓਬਵੀਅਸਲੀ ਜ਼ਿਆਦਾ ਕੋਸਟਲੀ ਹੈ ਤਾਂ ਉਹਦੀ ਸਪੀਡ ਉਹਦੇ ਹਿਸਾਬ ਨਾਲ ਜ਼ਿਆਦਾ ਵਧੇਗੀ। ਤਾਂ ਇਸੇ ਚੀਜ਼ ਲਈ ਇਹਨਾਂ ਨੇ ਹਾਇਰਾਰਕੀਕਲ ਪੂਰੀ ਮੈਮਰੀ ਨੂੰ ਆਪਾਂ ਜ਼ਿਆਦਾ ਕੋਸਟਲੀ ਕਰਨ ਨਾਲੋਂ ਆਪਾਂ ਕੀ ਕੀਤਾ ਕਿ ਥੋੜ੍ਹੀਆਂ ਮੈਮਰੀਜ਼ ਵਿੱਚੋਂ ਰੱਖ ਲਈਆਂ ਜਿਹੜੀਆਂ ਸਲੋ ਤਾਂ ਹੋਣ, ਚਲੋ ਕੋਈ ਗੱਲ ਨਹੀਂ ਚੱਲ ਜਾਏਗਾ, ਬਟ ਸਸਤੀਆਂ ਵੀ ਹੋ ਜਾਣਗੀਆਂ ਅਤੇ ਆਪਣਾ ਉੱਥੇ ਬਜਟ ਕੰਪਲੀਟ ਹੁੰਦਾ। ਤਾਂ ਕੰਪਿਊਟਰ ਇੱਕ ਆਰਗੇਨਾਈਜ਼ ਐਵੇਂ ਕੀਤਾ ਹੋਇਆ ਕਿ ਉਹਦੇ ਵਿੱਚ ਆਪਣਾ ਜੋ ਉਹਨੂੰ ਬਣਾਉਣ ਵਾਲਾ ਮੈਨੂਫੈਕਚਰਰ ਹੈ ਤਾਂ ਉਹਨੇ ਇਹ ਸਾਰੀਆਂ ਚੀਜ਼ਾਂ ਨੂੰ ਵੈਲ ਪਲੈਨਡ ਕੀਤਾ ਅਤੇ ਉਹਨੇ ਉਹਦੇ ਅਕੋਰਡਿੰਗ ਇਹ ਸਟਰਕਚਰ ਨੂੰ ਬਣਾਇਆ। ਦੈਨ ਕੈਸ਼ੇ ਮੈਮਰੀ ਕੀ ਹੈ? ਕੈਸ਼ੇ ਮੈਮਰੀ ਕੀ ਹੈ ਬਟ ਕੀ ਹੈ ਫਾਸਟਰ ਦੈਨ ਮੇਨ ਮੈਮਰੀ। ਮੇਨ ਮੈਮਰੀ ਤੋਂ ਫਾਸਟਰ ਹੈ ਬਟ ਸਲੋਅਰ ਦੈਨ ਦਾ CPU ਐਂਡ ਇਟਸ ਰਜਿਸਟਰਸ। ਹੁਣ ਇਹਦੇ ਵਿੱਚ ਆਪਣੇ ਕੋਲ CPU ਦਿਖਾਇਆ ਹੈ, ਮੈਮਰੀ ਹੈ ਅਤੇ ਕੈਸ਼ੇ ਮੈਮਰੀ ਹੈ। CPU ਤੋਂ ਮੇਨ ਮੈਮਰੀ ਤੱਕ ਜੋ ਵੀ ਟਾਸਕ ਨੂੰ ਆਪਾਂ ਪਰਫੋਰਮ ਕਰਾਉਣਾ ਹੈ CPU ਮੈਮਰੀ ਤੋਂ ਲਏਗਾ, ਮੈਮਰੀ CPU ਨੂੰ ਦੇਗਾ ਟਾਸਕ ਪਰਫੋਰਮ ਕਰਕੇ। ਦੈਨ ਉੱਥੇ ਕੀ ਹੈ ਕੈਸ਼ੇ ਮੈਮਰੀ ਉਹਦੇ ਵਿੱਚ ਇੱਕ ਇੰਟਰਮੀਡੀਏਟਰ ਹੈ ਕਿ ਜਦੋਂ ਆਪਾਂ ਕੋਈ ਟਾਸਕ ਪਰਫੋਰਮ ਕਰਦੇ ਹਾਂ ਤਾਂ ਮੈਮਰੀ ਦੇ ਵਿੱਚ ਰਿਜ਼ਾਈਡ ਕਰਨ ਤੋਂ ਪਹਿਲਾਂ ਉਹ ਕਿੱਥੇ ਸਟੇ ਕਰਦਾ ਕੈਸ਼ੇ ਮੈਮਰੀ 'ਚ, ਤਾਂ ਕਿ ਇਨ ਦਾ ਡਿਊਰਿੰਗ ਦੈਟ ਟਾਈਮ ਪੀਰੀਅਡ ਅਗਰ ਆਪਾਂ ਨੂੰ ਲੋੜ ਪੈਂਦੀ ਹੈ ਤਾਂ ਆਪਾਂ ਕੀ ਕਰ ਸਕਦੇ ਹਾਂ ਕੈਸ਼ੇ ਮੈਮਰੀ ਦੇ ਵਿੱਚੋਂ ਈਜ਼ੀਲੀ ਉਹਨੂੰ ਅਵੇਲ ਕਰਵਾ ਸਕਦੇ ਹਾਂ, ਉੱਥੋਂ ਆਪਾਂ ਡਾਟਾ ਫੈਚ ਆਊਟ ਕਰ ਸਕਦੇ ਹਾਂ ਵਿਦਿਨ ਫਿਊ ਸੈਕਿੰਡਸ। ਇਸੇ ਲਈ ਕੀ ਹੈ ਇਹ ਮੇਨ ਮੈਮਰੀ ਤੋਂ ਫਾਸਟਰ ਹੈ ਬਟ ਰਜਿਸਟਰਸ ਤੋਂ ਕੀ ਹੈ ਇਹਦੀ ਸਪੀਡ ਸਲੋ ਹੈ। ਦੈਨ ਆਪਣੇ ਕੋਲ ਹੈ ਇਨਪੁਟ ਆਊਟਪੁੱਟ ਸਬ ਸਿਸਟਮਸ। ਇਨਪੁਟ ਆਊਟਪੁੱਟ ਸਬ ਸਿਸਟਮ ਇਜ਼ ਅ ਕੰਪਿਊਟਰ ਇਜ਼ ਅ ਕਲੈਕਸ਼ਨ ਆਫ ਡਿਵਾਈਸਿਸ। ਕਿਉਂਕਿ IO ਸਿਸਟਮ ਹੈ ਆਪਣਾ ਇੱਕ ਸਬ ਸਿਸਟਮ ਕਿਉਂ ਕਿਹਾ ਹੈ ਇਹਨੂੰ, ਕਿਉਂਕਿ ਸਿਸਟਮ ਦੇ ਅੰਡਰ ਹੀ ਜਿਹੜੇ ਪਾਰਟਸ ਨੇ ਇਹ ਵੀ ਸਿਸਟਮਸ ਨੇ, ਆਪਣੇ ਆਪ 'ਚ ਇਹ ਵੀ ਇੱਕ ਡਿਵਾਈਸਿਸ ਨੇ, ਸਿਸਟਮ ਨੇ। ਤਾਂ ਬਟ ਇਹ ਕੰਪਿਊਟਰ ਦੇ ਕੀ ਨੇ ਸਬ ਪਾਰਟਸ ਨੇ, ਇਸ ਲਈ ਇਹਨਾਂ ਨੂੰ ਕੀ ਕਿਹਾ ਇਨਪੁਟ ਆਊਟਪੁੱਟ ਸਬ ਸਿਸਟਮਸ। ਇਹ ਕੀ ਹੈ ਇਨਪੁਟ IO ਸਬ ਸਿਸਟਮ ਇਜ਼ ਅ ਕੰਪਿਊਟਰ ਇਜ਼ ਦਾ ਕਲੈਕਸ਼ਨ ਆਫ ਡਿਵਾਈਸਿਸ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਵਾਈਸਿਸ ਨੇ। ਕਿਉਂਕਿ ਜੇ ਆਪਾਂ ਇਨਪੁਟ ਡਿਵਾਈਸਿਸ ਦੇ ਹੀ ਲਗਾ ਕੇ ਦੇਖੀਏ ਤਾਂ ਆਪਣੇ ਕੋਲ ਉਹਦੇ ਵਿੱਚ ਕੀ ਕੁਛ ਆਉਂਦਾ ਹੈ, ਮਾਊਸ ਹੈ, ਕੀਬੋਰਡ ਹੈ, ਤਾਂ ਆਪਣੇ ਕੋਲ ਸਪੀਕਰ ਹੈ, ਆਪਣੇ ਕੋਲ ਮਾਈਕ ਹੈ, ਇਹ ਸਾਰੇ ਕੀ ਨੇ ਆਪਣੇ ਕੋਲ ਇਨਪੁਟ ਡਿਵਾਈਸਿਸ ਨੇ। ਐਂਡ ਆਊਟਪੁੱਟ ਡਿਵਾਈਸਿਸ ਦੇ ਵਿੱਚ ਆਪਣੇ ਕੋਲ ਸਪੀਕਰ ਆਉਂਦੇ ਹੈ, ਮੋਨੀਟਰ ਸਕਰੀਨ ਆਉਂਦੀ ਹੈ, ਪ੍ਰਿੰਟਰ ਆਉਂਦੇ ਹੈ, ਇਹ ਸਾਰੇ ਆਪਣੇ ਕੋਲ ਕੀ ਦੇ ਵਿੱਚ ਆਉਂਦੇ ਆ ਆਊਟਪੁੱਟ ਡਿਵਾਈਸਿਸ ਦੇ ਵਿੱਚ। ਤਾਂ ਇਹ ਕੀ ਨੇ ਇਨਪੁੱਟ ਡਿਵਾਈਸਿਸ ਦੇ ਵੀ ਆਪਣੇ ਪਾਰਟਸ ਨੇ ਐਂਡ ਆਊਟਪੁੱਟ ਡਿਵਾਈਸਿਸ ਦੇ ਵੀ ਆਪਣੇ ਅਲੱਗ ਤੋਂ ਪਾਰਟਸ ਨੇ। ਇਹਦੀਆਂ ਦੋ ਮੇਨਲੀ ਇਹਨਾਂ ਨੇ ਕੈਟਾਗਰੀਜ਼ ਕਹੀਆਂ ਨੇ ਨੋਨ ਸਟੋਰੇਜ ਐਂਡ ਸਟੋਰੇਜ ਡਿਵਾਈਸਿਸ। ਇੱਕ ਤਾਂ ਜਿਨ੍ਹਾਂ 'ਚ ਆਪਾਂ ਕੁਝ ਸਟੋਰ ਨਹੀਂ ਕਰ ਸਕਦੇ ਬਟ ਇੱਕ ਨੇ ਜਿਨ੍ਹਾਂ 'ਚ ਆਪਾਂ ਕੁਛ ਨਾ ਕੁਛ ਸਟੋਰ ਕਰ ਸਕਦੇ ਹਾਂ। ਇਹਨਾਂ ਨੂੰ ਅੱਗੇ ਅਲੱਗ ਤਰੀਕੇ ਨਾਲ ਡਿਵਾਈਡ ਕੀਤਾ ਗਿਆ। ਦੇਖੋ ਨੋਨ ਸਟੋਰੇਜ ਡਿਵਾਈਸਿਸ ਜਿਨ੍ਹਾਂ 'ਚ ਆਪਾਂ ਸਟੋਰ ਨਹੀਂ ਕਰ ਸਕਦੇ ਉਹ ਕਿਹੜੇ ਨੇ? ਕੀਬੋਰਡ ਹੈ, ਮੋਨੀਟਰ ਹੈ, ਕਿਉਂਕਿ ਆਪਾਂ ਕੀਬੋਰਡ ਤੇ ਮੋਨੀਟਰ 'ਚ ਨਹੀਂ ਕੁਝ ਸੇਵ ਕਰ ਸਕਦੇ, ਪ੍ਰਿੰਟਰ 'ਚ ਵੀ ਨਹੀਂ ਆਪਾਂ ਕੁਝ ਸੇਵ ਕਰ ਸਕਦੇ। ਸੇਵ ਕਿੱਥੇ ਹੁੰਦਾ ਹੈ? ਮੈਮਰੀ ਦੇ ਵਿੱਚ। ਸਟੋਰੇਜ ਡਿਵਾਈਸਿਸ ਕਿਹੜੇ ਨੇ? ਹੁਣ ਆਪਣੇ ਕੋਲ ਕੀ ਹੈ ਇਹਦੇ ਵਿੱਚ ਆਲਦੋ ਕਲਾਸੀਫਾਈਡ ਐਜ਼ IO ਡਿਵਾਈਸਿਸ ਕੈਨ ਸਟੋਰ ਲਾਰਜ ਅਮਾਊਂਟ ਆਫ ਇਨਫੋਰਮੇਸ਼ਨ ਟੂ ਬੀ ਰਿਟਰੀਵਡ ਐਟ ਅ ਲੇਟਰ ਟਾਈਮ। ਜੋ ਉਹਨੂੰ ਇਨਫੋਰਮੇਸ਼ਨ ਮਿਲੀ ਆ ਉਹ ਆਪਣੇ ਇਹਦੇ ਵਿੱਚ ਇਹ ਸੇਵ ਕਰਦੇ ਆ। ਇਹਦੇ ਵਿੱਚ ਮੇਨ ਮੈਮਰੀ ਆਉਂਦੀ ਹੈ। ਦੇਅਰ ਕੰਟੈਂਟਸ ਆਰ ਨੋਨ ਵੋਲਾਟਾਈਲ ਨੋਟ ਇਰੇਜ਼ਡ ਵੈਨ ਪਾਵਰ ਇਜ਼ ਟਰਨਡ ਆਫ। ਨੋਨ ਵੋਲਾਟਾਈਲ ਮੀਨਸ ਕਿ ਇਹਨਾਂ ਦਾ ਜੋ ਡਾਟਾ ਆਪਾਂ ਇਹਦੇ ਵਿੱਚ ਜੋ ਕੰਟੈਂਟ ਇਹਦੇ ਵਿੱਚ ਆਪਾਂ ਸੇਵ ਕੀਤਾ ਹੈ ਉਹ ਇਰੇਜ਼ ਨਹੀਂ ਹੁੰਦਾ ਅਗਰ ਬਾਈ ਚਾਂਸ ਕੋਈ ਪਾਵਰ ਕੱਟ ਆਫ ਹੋ ਜਾਂਦਾ ਹੈ, ਪਾਵਰ ਟਰਨਡ ਆਫ ਹੋ ਜਾਂਦੀ ਹੈ। ਵੀ ਕੈਨ ਕੈਟਾਗਰਾਈਜ਼ ਦੈਮ ਐਜ਼ ਆਈਦਰ ਮੈਗਨੈਟਿਕ ਔਰ ਆਪਟੀਕਲ। ਹੁਣ ਇਹਦੇ ਵਿੱਚ ਵੀ ਅੱਗੇ ਸਟੋਰੇਜ ਡਿਵਾਈਸਿਸ ਦੇ ਵਿੱਚ ਦੋ ਕੈਟਾਗਰੀਜ਼ ਆ ਗਈਆਂ, ਇੱਕ ਤਾਂ ਮੈਗਨੈਟਿਕ ਡਿਵਾਈਸਿਸ ਨੇ, ਇੱਕ ਆਪਟੀਕਲ ਡਿਵਾਈਸਿਸ ਨੇ। ਮੈਗਨੈਟਿਕ ਡਿਵਾਈਸਿਸ ਕਿਹੜੇ ਨੇ? ਜਿਹੜੀ ਮੈਗਨੈਟਿਕ ਡਿਸਕ ਹੋ ਗਈ, ਠੀਕ ਹੈ। ਇਹਦੇ ਵਿੱਚ CDs ਹੋ ਗਈਆਂ। CD ਦੇ ਵਿੱਚ ਦੇਖੋ ਜਿਵੇਂ ਟਰੈਕ ਬਣੇ ਹੋਏ ਨੇ, ਇਹਨਾਂ ਨੇ ਦਿਖਾਇਆ ਕਿ ਇਹ ਕੀ ਹੈ ਟਰੈਕ। ਇਹ ਇੰਟਰ ਟਰੈਕ ਗੈਪ ਜਿਹੜਾ ਕਿ ਇਹਨਾਂ ਦੇ ਵਿੱਚ ਆਪਸ 'ਚ ਥੋੜ੍ਹਾ ਬਹੁਤ ਗੈਪ ਹੁੰਦਾ। ਇਹ ਸੈਕਟਰਸ ਬਣੇ ਹੋਏ ਨੇ ਇਹਦੇ ਵਿੱਚ, ਇਹ ਇਹਨਾਂ ਦੇ ਵਿੱਚ ਵੀ ਫਿਰ ਗੈਪ ਹੈ ਆਪਸ 'ਚ। ਤਾਂ ਇਹ ਸਾਰੇ ਕੀ ਨੇ ਆਪਣੇ ਮੈਗਨੈਟਿਕ ਡਿਵਾਈਸਿਸ ਨੇ। ਮੈਗਨੈਟਿਕ ਟੇਪਸ ਹੋ ਗਈਆਂ, ਠੀਕ ਹੈ। ਦੈਨ CD ਰੋਮਸ ਹੋ ਗਈਆਂ, CD ਨੇ ਆਪਣੀਆਂ ਜੋ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ। CD ਫਾਰਮੈਟ ਇਹਨਾਂ ਨੇ ਫਾਰਮੈਟ ਦੱਸਿਆ ਕਿ ਕੀ ਹੁੰਦਾ ਕਿ ਉਹ ਕਿੱਦਾਂ ਉਹਦੇ ਵਿੱਚ ਜੋ ਆਪਣੇ ਡਾਟਾ ਨੇ ਉਹ ਕਿਵੇਂ ਰਿਜ਼ਾਈਡ ਕਰਦੇ ਨੇ, ਉਹਦੇ ਵਿੱਚ ਆਪਾਂ ਉਹਨਾਂ ਨੂੰ ਕਿਵੇਂ ਸੇਵ ਕਰ ਸਕਦੇ ਹਾਂ। ਦੈਨ ਆਪਣੇ ਕੋਲ ਇਹ ਸਬ ਸਿਸਟਮ ਇੰਟਰਕਨੈਕਸ਼ਨਸ ਆਉਂਦੇ ਨੇ। ਸਬ ਸਿਸਟਮਸ ਦੇ ਹੁਣ ਇੰਟਰਕਨੈਕਸ਼ਨਸ ਕਿ ਜੋ ਆਪਣੇ ਸਬ ਸਿਸਟਮ ਕਿਹੜੇ ਨੇ ਜਿਵੇਂ IO ਡਿਵਾਈਸਿਸ, ਤਾਂ ਉਹਨਾਂ ਦੀ ਇੰਟਰਕਨੈਕਟੀਵਿਟੀ ਕਿੱਦਾਂ ਹੁੰਦੀ ਹੈ। ਥੀਸ 3 ਸਬ ਸਿਸਟਮਸ CPU, ਮੇਨ ਮੈਮਰੀ ਐਂਡ IO ਇਹ ਕੀ ਨੇ ਆਪਣੇ ਇੰਟਰਕਨੈਕਟਡ ਨੇ ਆਪਸ 'ਚ। ਇੰਟਰਕਨੈਕਸ਼ਨਸ ਕਿਵੇਂ ਨੇ? ਜਿਵੇਂ ਹੁਣ ਕਨੈਕਟਿੰਗ CPU ਐਂਡ ਮੈਮਰੀ, ਇਹ ਆਪਸ 'ਚ ਕਿਵੇਂ ਕਨੈਕਟ ਨੇ? ਇਹਨਾਂ ਦੇ ਥਰੂ ਇੱਕ ਕਨੈਕਸ਼ਨਸ ਨੇ 3 ਗਰੁੱਪ ਆਫ ਕਨੈਕਸ਼ਨਸ ਈਚ ਕਾਲਡ ਅ ਬਸ।
ਆਪਾਂ ਹਰੇਕ ਨੂੰ ਕੀ ਕਾਲ ਕਰਦੇ ਆ, ਬਸ ਕਹਿੰਦੇ ਆ। ਇੱਕ ਦੇ ਵਿੱਚ ਡਾਟਾ ਬਸ ਹੈ, ਇੱਕ ਦੇ ਵਿੱਚ ਐਡਰੈਸ ਬਸ ਹੈ, ਇੱਕ ਦੇ ਵਿੱਚ ਕੰਟਰੋਲਿੰਗ ਬਸ ਹੈ। ਤਾਂ ਆਪਣੇ ਕੋਲ ਕੀ ਹੈ, ਡਾਟਾ ਬਸ ਦੇ ਵਿੱਚ ਡਾਟਾ ਪਿਆ, ਐਡਰੈਸ ਬਸ ਦੇ ਵਿੱਚ ਆਪਣੇ ਕੋਲ ਉਹ ਡਾਟਾ ਨਾਲ ਰਿਲੇਟਡ ਉਹਦਾ ਐਡਰੈਸ ਪਿਆ ਕਿ ਇਹ ਡਾਟਾ ਜੋ CPU ਨੂੰ ਟਾਸਕ ਪਰਫੋਰਮ ਕਰਨ ਲਈ ਮੈਮਰੀ ਦੇ ਵਿੱਚੋਂ ਲੈ ਰਿਹਾ ਹੈ, ਤਾਂ ਉਹ ਡਾਟਾ ਕਿੱਦਾਂ ਦਾ ਹੈ, ਤਾਂ ਕਿਸ ਐਡਰੈਸ 'ਤੇ ਕਿਸ ਲੋਕੇਸ਼ਨ 'ਤੇ ਸੇਵ ਹੋਇਆ ਗਿਆ। ਦੈਨ ਕੰਟਰੋਲਿੰਗ ਬਸ ਕੀ ਹੈ ਕਿ ਜੋ ਉਸ ਡਾਟਾ ਨੂੰ ਕੰਟਰੋਲ ਕਰ ਰਹੀ ਹੈ ਤਾਂ ਕਿ ਆਪਸ 'ਚ ਇੱਕ ਦੂਸਰੇ ਦੇ ਐਡਰੈਸ 'ਤੇ ਉਹ ਡਾਟਾ ਸ਼ਫਲਿੰਗ ਨਾ ਹੋ ਜਾਏ ਜਾਂ ਓਵਰਲੈਪਿੰਗ ਨਾ ਹੋ ਜਾਏ ਜਾਂ ਇੰਟਰਚੇਂਜ ਨਾ ਹੋ ਜਾਣ। ਤਾਂ ਇਸ ਲਈ ਕੀ ਹੈ, ਕੰਟਰੋਲਿੰਗ ਬਸ ਆਪਣੀ ਇਹ ਕੰਮ ਕਰਦੀ ਹੈ। Then connecting I/O devices, AC connecting CPU and memory, then I connecting I/O devices कि I/O devices ਨੂੰ ਆਪਾਂ ਆਪਸ 'ਚ ਕਿਵੇਂ ਇੰਟਰਕਨੈਕਟ ਕਰ ਸਕਦੇ ਹਾਂ। then ਆਪਣੇ ਕੋਲ ਇੱਥੇ CPU ਹੈ, ਇੱਥੇ ਮੈਮਰੀ ਹੈ, then ਇੱਥੇ ਆਪਣੇ ਕੋਲ I/O devices ਸ਼ੋ ਕੀਤੇ ਹੋਏ ਹੈ। ਕੀਬੋਰਡ ਵੀ ਉਹਦੇ ਨਾਲ ਕਨੈਕਟ ਹੈ ਡਾਇਰੈਕਟਲੀ, ਮੋਨੀਟਰ ਵੀ ਹੈ, ਪ੍ਰਿੰਟਰ ਵੀ ਹੈ, ਡਿਸਕ ਕੰਟਰੋਲਰ, ਇਹ ਮਤਲਬ ਸਾਰੇ ਜੋ ਆਪਣੇ I/O ਡਿਵਾਈਸਿਸ ਨੇ ਇਹ ਆਪਸ 'ਚ ਇੱਕ ਦੂਸਰੇ ਨਾਲ ਇੰਟਰਕਨੈਕਟ ਤਾਂ ਹੈਗੇ ਹੀ ਹੈ, ਬਟ ਨਾਲ ਨਾਲ ਹੀ CPU ਅਤੇ ਮੈਮਰੀ ਨਾਲ ਵੀ ਕਨੈਕਟਡ ਹੈ। ਕਿਉਂਕਿ ਜਦੋਂ ਆਪਾਂ ਕੀਬੋਰਡ ਤੋਂ ਇਨਪੁਟ ਦਿੰਦੇ ਹਾਂ ਤਾਂ ਆਪਣੇ ਕੋਲ ਸਕਰੀਨ 'ਤੇ ਡਿਸਪਲੇ ਹੁੰਦੀ ਹੈ, ਉੱਤੇ ਕੈਲਕੂਲੇਸ਼ਨਸ ਕੌਣ ਕਰਦਾ, CPU। ਉਹ ਕਿਵੇਂ ਕਰੇਗਾ, ਕਿਉਂਕਿ ਜਦੋਂ ਕੀਬੋਰਡ ਉਹਦੇ ਨਾਲ ਇੰਟਰਕਨੈਕਟਡ ਹੈ, ਉਹਦੇ ਥਰੂ ਉਹ ਇਨਪੁਟ ਲੈ ਰਿਹਾ। ਫਿਰ ਆਪਣੇ ਕੋਲ ਮੋਨੀਟਰ ਸਕਰੀਨ 'ਤੇ ਡਿਸਪਲੇ ਕਰੇਗਾ, ਉਹ ਤਦ ਹੀ ਕਰੇਗਾ ਜੇਕਰ ਉਹ ਉਹਦੇ ਨਾਲ ਕਨੈਕਟਡ ਹੋਏਗਾ। ਅਤੇ ਕੀ ਨੇ ਉਹਨਾਂ ਦੀ ਇੰਟਰਕਨੈਕਟੀਵਿਟੀ ਹੈ, ਉਹਨਾਂ ਦੀ ਕਨੈਕਟਿੰਗ ਹੈ, ਕਨੈਕਸ਼ਨਸ ਨੇ ਜੋ I/O ਡਿਵਾਈਸਿਸ ਦੇ ਆਪਸ ਹੈਗੇ ਹੈ। ਦੈਨ SCSI ਸਮੋਲ ਕੰਪਿਊਟਰ ਸਿਸਟਮ ਇੰਟਰਫੇਸ ਟੂ ਕਨੈਕਟ I/O ਡਿਵਾਈਸਿਸ, ਇਹ ਕੀ ਇੱਕ ਕੰਟਰੋਲਰ ਹੈ ਜੋ ਸਾਰੇ I/O ਡਿਵਾਈਸਿਸ ਨੂੰ ਅਲੱਗ-ਅਲੱਗ ਤਰੀਕੇ ਨਾਲ ਕੰਟਰੋਲ ਕਰਦਾ ਹੈ। ਦੈਨ ਫਾਇਰ ਵਾਇਰ ਕੰਟਰੋਲਰ ਟੂ ਕਨੈਕਟ I/O ਡਿਵਾਈਸਿਸ, ਫਾਇਰ ਵਾਇਰ ਕੰਟਰੋਲਰ ਹੈ, ਇਹਨਾਂ ਦੀਆਂ ਡਾਇਗਰਾਮਸ ਨੇ ਕਿ ਜੋ ਆਪਾਂ ਨੂੰ ਦਿਖਾਈ ਹੋਈ ਇਹਨਾਂ ਦੀ ਇੰਟਰਕਨੈਕਟੀਵਿਟੀ। ਦੈਨ USB ਕੰਟਰੋਲਰ ਟੂ ਕਨੈਕਟ I/O ਡਿਵਾਈਸਿਸ, USB ਕੰਟਰੋਲਰਸ ਜੋ USB ਹੱਬ ਸਿਸਟਮਸ ਨੇ, ਰੂਟ ਹੈ, ਇਹਨਾਂ ਦੇ ਦੇਖੋ ਹੱਬ ਸਵਿਚਿਸ ਬਣਾਏ ਹੋਏ ਨੇ ਵੀ ਉਹਦੇ ਥਰੂ ਅਲੱਗ-ਅਲੱਗ ਜਿਹੜੇ ਆ ਡਿਵਾਈਸਿਸ ਨੇ ਤਾਂ ਇਹ ਆਪਸ ਕੀ ਨੇ, ਸਾਰੇ ਇੱਕ ਦੂਸਰੇ ਨਾਲ ਕਨੈਕਟਡ। ਦੈਨ ਆਪਣੇ ਕੋਲ ਐਡਰੈਸਿੰਗ ਇਨਪੁਟ ਆਊਟਪੁੱਟ ਡਿਵਾਈਸਿਸ, ਇਹਦੇ ਵਿੱਚ ਐਡਰੈਸਿੰਗ ਕਰਨਾ ਕਿ ਐਡਰੈਸ ਕਿਵੇਂ ਦੇਣਾ ਇਨਪੁਟ ਅਤੇ ਆਊਟਪੁੱਟ ਡਿਵਾਈਸਿਸ ਨੂੰ। CPU usually use the same bus to read data from or write data to main memory and I/O devices। CPU use ਕਰਦਾ ਸੇਮ ਇੱਕੋ ਹੀ ਬੱਸ ਨੂੰ ਡਾਟਾ ਨੂੰ ਰੀਡ ਕਰਨ ਲਈ ਅਤੇ ਡਾਟਾ ਨੂੰ ਰਾਈਟ ਕਰਨ ਲਈ। ਕਿਹੜੀ ਬੱਸ ਯੂਜ਼ ਕਰੇਗਾ, ਡਾਟਾ ਬੱਸ। ਆਪਾਂ 3 ਬੱਸਿਸ ਪੜ੍ਹੀਆਂ ਨੇ, ਐਡਰੈਸ ਬੱਸ, ਡਾਟਾ ਬੱਸ, ਕੰਟਰੋਲਿੰਗ ਬੱਸ। ਤਾਂ ਡਾਟਾ ਬੱਸ ਯੂਜ਼ ਕਰੇਗਾ ਡਾਟਾ ਨੂੰ ਰੀਡ ਕਰਨ ਲਈ ਵੀ ਅਤੇ ਡਾਟਾ ਨੂੰ ਰਾਈਟ ਕਰਨ ਲਈ ਵੀ। ਅਤੇ ਇਹਨਾਂ ਦੇ ਵਿੱਚ ਸਿਰਫ ਫਰਕ ਕੀ ਹੈ, ਇੰਸਟਰਕਸ਼ਨਸ ਦਾ। ਕਿਉਂਕਿ ਜਦੋਂ ਉਹਨੇ ਡਾਟਾ ਨੂੰ ਰੀਡ ਕਰਨਾ ਤਾਂ ਉਹ ਰੀਡਿੰਗ ਇੰਸਟਰਕਸ਼ਨ ਦੇਊ, ਜਦੋਂ ਉਹਨੇ ਰਾਈਟ ਕਰਨਾ ਤਾਂ ਰਾਈਟ ਇੰਸਟਰਕਸ਼ਨ ਦੇਊਗਾ। ਦੈਨ ਆਈਸੋਲੇਟਡ I/O ਅਡਰੈਸਿੰਗ, ਮੈਮਰੀ ਮੈਪਡ I/O ਅਡਰੈਸਿੰਗ, ਅਤੇ ਸਾਰੇ ਆਪਣੇ ਕੋਲ ਅਲੱਗ-ਅਲੱਗ ਪ੍ਰੋਸੈਸਰਸ ਨੇ ਜੋ ਆਪਸ ਦੇ ਵਿੱਚ ਕਨੈਕਟਡ ਨੇ। ਨੈਕਸਟ ਆਪਣੇ ਕੋਲ ਆਉਂਦਾ ਪ੍ਰੋਗਰਾਮ ਐਗਜ਼ੀਕਿਊਸ਼ਨ, ਜਿਹਨੂੰ ਆਪਾਂ ਇੰਸਟਰਕਸ਼ਨ ਐਗਜ਼ੀਕਿਊਸ਼ਨਸ ਵੀ ਕਹਿ ਦਿੰਦੇ ਹਾਂ, ਕਿਉਂਕਿ ਇੰਸਟਰਕਸ਼ਨ ਕੀ ਹੈ, ਇੱਕ ਆਪਣੇ ਆਪ 'ਚ ਪ੍ਰੋਗਰਾਮ ਹੈ। ਇੰਸਟਰਕਸ਼ਨਸ ਕੀ ਨੇ, ਇੱਕ ਪ੍ਰੋਗਰਾਮਸ ਨੇ। ਦੈਨ ਆਪਣੇ ਕੋਲ ਜਨਰਲ ਪਰਪਜ਼ ਕੰਪਿਊਟਰ ਯੂਜ਼ ਅ ਸੈਟ ਆਫ ਇੰਸਟਰਕਸ਼ਨਸ ਕਾਲਡ ਅ ਪ੍ਰੋਗਰਾਮ। ਆ ਦੇਖੋ ਸੈਟ ਆਫ ਇੰਸਟਰਕਸ਼ਨਸ ਕੀ ਨੇ, ਇੱਕ ਪ੍ਰੋਗਰਾਮ। ਤਾਂ ਉਹ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਕਰਨਾ, ਉਹ ਇੰਸਟਰਕਸ਼ਨਸ ਦੀ ਐਗਜ਼ੀਕਿਊਸ਼ਨ ਕਰਨਾ, ਉਹਨਾਂ ਦਾ ਡਾਟਾ ਪ੍ਰੋਸੈਸਿੰਗ ਕਰਕੇ ਉਹਨੂੰ ਆਪਾਂ ਕਹਿੰਦੇ ਹਾਂ ਪ੍ਰੋਗਰਾਮ ਐਗਜ਼ੀਕਿਊਸ਼ਨ ਔਰ ਇੰਸਟਰਕਸ਼ਨ ਐਗਜ਼ੀਕਿਊਸ਼ਨ। ਬੋਥ ਦਾ ਪ੍ਰੋਗਰਾਮ ਐਂਡ ਦਾ ਡਾਟਾ ਆਰ ਸਟੋਰਡ ਇਨ ਮੈਮਰੀ। ਪ੍ਰੋਗਰਾਮ ਵੀ ਆਪਣਾ ਮੈਮਰੀ 'ਚ ਸੇਵ ਹੁੰਦਾ ਅਤੇ ਡਾਟਾ ਵੀ। ਦੈਨ ਆਪਣੇ ਕੋਲ ਹੈ ਮਸ਼ੀਨ ਸਾਈਕਲ। ਮਸ਼ੀਨ ਸਾਈਕਲ ਦੇ ਵਿੱਚ ਕੀ ਚੀਜ਼ ਹੈ, ਦੇਖੋ CPU ਯੂਜ਼ਿਜ਼ ਰਿਪੀਟਿੰਗ ਮਸ਼ੀਨ ਸਾਈਕਲਸ ਟੂ ਐਗਜ਼ੀਕਿਊਟ ਇੰਸਟਰਕਸ਼ਨਸ ਇਨ ਦਾ ਪ੍ਰੋਗਰਾਮ। ਮਸ਼ੀਨ ਸਾਈਕਲਸ ਯੂਜ਼ ਕਰੇਗਾ ਕਿਉਂਕਿ ਉਹਨੇ ਜੇ ਡਾਟਾ ਲੈਣਾ ਹੈ CPU ਤੋਂ ਮੈਮਰੀ 'ਚ ਜਾਏਗਾ, ਫਿਰ ਮੈਮਰੀ ਤੋਂ ਉਹ CPU ਨੂੰ ਦੇਗਾ, ਫਿਰ ਉਹ ਡਾਟਾ ਪ੍ਰੋਸੈਸਿੰਗ ਕਰਕੇ ਮੈਮਰੀ 'ਚ ਵਾਪਿਸ ਦੇਗਾ, ਮੈਮਰੀ ਤੋਂ ਜਦੋਂ ਉਹਨੂੰ ਚਾਹੀਦਾ ਤਾਂ ਵਾਪਿਸ ਆਪਣੇ CPU ਤੋਂ ਲਏਗਾ। ਤਾਂ ਇਹ ਕੀ ਇੱਕ ਮਸ਼ੀਨ ਸਾਈਕਲ ਚੱਲ ਰਿਹਾ, ਦੇਖੋ ਕਿ ਜਦੋਂ ਉਹਨੇ ਡਾਟਾ ਨੂੰ ਫੈਚ ਆਊਟ ਕਰਨਾ, CPU ਨੇ ਜਦੋਂ ਡਾਟਾ ਨੂੰ ਫੈਚ ਆਊਟ ਕਰਨਾ ਤਾਂ ਉਹ ਮੈਮਰੀ ਦੇ ਵਿੱਚੋਂ ਵਾਪਿਸ ਲਏਗਾ, ਜਦੋਂ ਉਹਨੇ ਉਹਨੂੰ ਕੋਡਿੰਗ ਕਰਤਾ, ਐਗਜ਼ੀਕਿਊਟ ਕਰਤਾ, ਸੇਵ ਕਰਨ ਲਈ ਉਹ ਵਾਪਿਸ ਮੈਮਰੀ ਨੂੰ ਦੇਗਾ। ਠੀਕ ਹੈ, ਤਾਂ ਮੇਨ ਇਹਦੇ ਵਿੱਚ 3 ਆਪਰੇਸ਼ਨਸ ਚੱਲ ਰਹੇ ਨੇ, ਫੈਚਿੰਗ, ਡੀਕੋਡਿੰਗ ਅਤੇ ਐਗਜ਼ੀਕਿਊਸ਼ਨਸ। ਫੈਚ ਆਊਟ ਕਰਨਾ, ਡਾਟਾ ਨੂੰ ਉੱਥੋਂ ਲੈਣਾ, ਡੀਕੋਡ ਕਰਨਾ, ਉਹਨੂੰ ਡੀਕੋਡ ਕਰਕੇ ਆਪਣੇ ਕੋਲ ਡਿਸਪਲੇ ਕਰਨਾ ਉਹਦਾ ਰਿਜ਼ਲਟ ਜੋ ਵੀ ਹੈ, ਫਿਰ ਉਹਨੂੰ ਐਗਜ਼ੀਕਿਊਟ ਕਰਨਾ। ਦੈਨ ਆਪਣੇ ਕੋਲ ਇਨਪੁਟ ਅਤੇ ਆਊਟਪੁੱਟ ਆਪਰੇਸ਼ਨਸ ਨੇ। ਇਨਪੁਟ ਆਊਟਪੁੱਟ ਆਪਰੇਸ਼ਨਸ ਕਿੱਦਾਂ ਨੇ ਕਿ ਟ੍ਰਾਂਸਫਰ ਡਾਟਾ, commands are required to transfer data from I/O devices to the CPU and memory।
ਕਮਾਂਡਸ ਚਾਹੀਦੀਆਂ ਨੇ ਕਿਉਂਕਿ ਆਪਾਂ ਨੂੰ ਆਈ ਡਿਵਾਈਸਿਸ ਤੋਂ CPU ਜਾਂ ਮੈਮਰੀ ਦੇ ਵਿੱਚ ਡਾਟਾ ਟ੍ਰਾਂਸਫਰ ਕਰਨ ਲਈ। ਤਾਂ ਇਹਦੇ ਲਈ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਮੈਥਡਸ ਨੇ। 3 methods have been devised for this synchronization: programmed IO, interrupt driven IO, direct memory access IO। ਤਾਂ 3 ਮੈਥਡਸ ਨੇ ਆਪਣੇ ਕੋਲ। ਪ੍ਰੋਗਰਾਮਡ IO ਦੇ ਵਿੱਚ ਕੀ ਹੁੰਦਾ, ਦੇਖੋ ਫਲੋ ਚਾਰਟ ਦੇ ਥਰੂ ਇਹਨਾਂ ਨੇ ਦੱਸਿਆ ਆਪਾਂ ਨੂੰ ਕਿ ਫਸਟਲੀ ਆਪਾਂ ਜਦੋਂ ਪ੍ਰੋਗਰਾਮ ਸਟਾਰਟ ਕਰਾਂਗੇ ਤਾਂ ਉੱਥੇ ਕੀ ਹੈ, ਐਨ ਇਨਪੁਟ ਆਊਟਪੁੱਟ ਇੰਸਟਰਕਸ਼ਨ ਐਨਕਾਊਂਟਰਡ। ਇਨਪੁਟ ਆਊਟਪੁੱਟ ਇੰਸਟਰਕਸ਼ਨਸ ਐਨਕਾਊਂਟਰਡ ਹੋਈਆਂ ਨੇ ਕਿ ਜੋ ਇੰਸਟਰਕਸ਼ਨਸ ਨੇ ਇਨਪੁਟ ਦੇ ਲਈ ਵੀ ਤੇ ਆਊਟਪੁੱਟ ਦੇ ਲਈ ਵੀ। ਫਿਰ ਇੱਥੇ ਇੱਕ ਕੰਡੀਸ਼ਨ ਹੈ ਕਿ ਉਹ ਆਪਾਂ ਨੂੰ ਉੱਥੇ ਚੀਜ਼ਾਂ ਮਿਲੀਆਂ ਕਿ ਨਹੀਂ, ਦੈਨ ਇਸ਼ੂ IO ਕਮਾਂਡ ਉਹਨੂੰ ਉਹਦੇ ਅਕੋਰਡਿੰਗ ਜੋ ਇਨਪੁਟ ਆਊਟਪੁੱਟ ਹੈ ਕਮਾਂਡ ਦੇ ਦੇਗਾ। ਜੇਕਰ ਉੱਥੇ ਉਹਦੀ ਕੰਡੀਸ਼ਨ ਮੈਚਿੰਗ ਹੋ ਗਈ ਦੈਨ ਉਹ ਕੀ ਹੈ, ਕੰਟੀਨਿਊ ਵਿਦ ਦ ਨੈਕਸਟ ਇੰਸਟਰਕਸ਼ਨ ਇਨ ਦਾ ਪ੍ਰੋਗਰਾਮ। ਜੇਕਰ ਉਹਦੀ ਕੰਡੀਸ਼ਨ ਮੈਚ ਹੋ ਰਹੀ ਹੈ, ਪ੍ਰੋਗਰਾਮ ਐਕਸੀਕਿਊਟ ਹੁੰਦਾ ਤਾਂ ਨੈਕਸਟ ਇੰਸਟਰਕਸ਼ਨ ਕੋਲ ਜਾਏਗਾ, ਫਿਰ ਉਹ ਸਟਾਰਟ ਕਰੇਗਾ। ਅਗਰ ਨਹੀਂ ਹੋ ਰਹੀ ਤਾਂ ਉਹਨੂੰ IO ਕਮਾਂਡ ਦੇਗਾ, ਦੈਨ ਚੈੱਕ ਡਿਵਾਈਸ ਸਟੇਟਸ, ਤਾਂ ਉਸ ਦਾ ਸਟੇਟਸ ਚੈੱਕ ਕਰੇਗਾ ਕਿ ਜਦੋਂ ਉਹਨੂੰ ਕਮਾਂਡ ਇੰਸਟਰਕਸ਼ਨ ਦਿੱਤੀ ਹੈ ਕਿ ਆਹ ਟਾਸਕ ਪਰਫੋਰਮ ਕਰਨਾ ਹੈ, ਦੈਨ ਉਹ ਟਾਸਕ ਪਰਫੋਰਮ ਕਰ ਰਿਹਾ ਨਹੀਂ ਕਰ ਰਿਹਾ। ਜੇਕਰ ਉਹ ਕਰ ਰਿਹਾ ਹੈ ਦੈਨ ਟ੍ਰਾਂਸਫਰ ਅਵਰਡ, ਅਗਰ ਨਹੀਂ ਕਰ ਰਿਹਾ ਦੈਨ ਉਹ ਦੁਬਾਰਾ ਫਿਰ ਉਹਨੂੰ ਉਹੀ ਚੀਜ਼ 'ਤੇ ਐਗਜ਼ੀਕਿਊਟ ਕਰਾਏਗਾ। ਇਹ ਕੀ ਹੈ, ਇੱਕ ਪ੍ਰੋਗਰਾਮਡ IO। ਦੈਨ ਹੈ ਇੰਟਰਪਟ ਡਰਿਵਨ IO। ਇੰਟਰਪਟ ਡਰਿਵਨ ਦੇ ਵਿੱਚ ਕੀ ਹੈ, ਇੱਥੇ ਇੰਟਰਪਸ਼ਨ ਆਉਂਦੀ ਹੈ ਆਪਣੇ ਕੋਲ। ਇੰਟਰਪਸ਼ਨ ਕਿੱਦਾਂ ਕਿ ਜੇਕਰ ਆਪਣੇ ਕੋਲ ਆਪਾਂ ਕਮਾਂਡ ਦਿੱਤੀ ਹੈ, ਦੇਖੋ ਉੱਪਰ ਆਪਣੇ ਕੋਲ ਕੀ ਸੀਗਾ, ਪ੍ਰੋਗਰਾਮਡ ਡਰਿਵਨ ਦੇ ਵਿੱਚ ਉਹ ਚੈੱਕ ਕਰਦਾ ਸੀ ਡਿਵਾਈਸ ਦਾ ਸਟੇਟਸ। ਇੱਥੇ ਕੀ ਹੈ, ਹੁਣ ਉਹ ਇੰਟਰਪਸ਼ਨ ਦਿੰਦਾ। ਇੱਥੇ ਜਦੋਂ ਇਸ਼ੂ ਕੀਤੀ ਉਹਨੇ IO ਕਮਾਂਡ ਤਾਂ ਉਹ ਕਹਿ ਰਿਹਾ ਡੂ ਸਮਥਿੰਗ ਐਲਸ ਬਟ ਮੋਨੀਟਰ ਦਾ ਇੰਟਰਪਟ, ਤਾਂ ਉਹ ਇੰਟਰਪਸ਼ਨ ਆ ਰਹੀ ਹੈ ਉੱਥੇ। ਇੰਟਰਪਸ਼ਨ ਦੇ ਅਕੋਰਡਿੰਗ ਦੈਨ ਉਹ ਟ੍ਰਾਂਸਫਰ ਕਰੇਗਾ ਵਰਡ ਨੂੰ, ਫਿਰ ਉਹ ਸਟਾਰਟ ਕੰਡੀਸ਼ਨ 'ਤੇ ਦੁਬਾਰਾ ਜਾਏਗਾ। ਇੱਥੇ ਕੀ ਸੀਗਾ ਕਿ ਟ੍ਰਾਂਸਫਰ ਵਰਡ ਤੋਂ ਬਾਅਦ ਉਹ ਦੁਬਾਰਾ ਜਾਂਦਾ ਸੀ, ਬਟ ਇੱਥੇ ਅਗਰ ਉਹਦੀ ਕੰਡੀਸ਼ਨ ਵੀ ਚੈੱਕ ਹੁੰਦੀ ਸੀ, ਡਿਵਾਈਸ ਸਟੇਟਸ ਚੈੱਕ ਹੋਣ ਤੋਂ ਬਾਅਦ ਉਹਦੀ ਕੰਡੀਸ਼ਨ ਚੈੱਕ ਹੋ ਰਹੀ ਹੈ, ਅਗਰ ਇੱਥੇ ਨਹੀਂ ਹੋ ਰਹੀ ਦੈਨ ਉਹ ਦੁਬਾਰਾ ਉਹਨੂੰ IO ਕਮਾਂਡ ਇਸ਼ੂ ਕਰਵਾਏਗਾ, ਦੈਨ ਉਹਦੇ ਅਕੋਰਡਿੰਗ ਉਹਦਾ ਪ੍ਰੋਗਰਾਮ ਦੁਬਾਰਾ ਰਨ ਹੋਏਗਾ। ਬਟ ਇੱਥੇ ਇੰਟਰਪਸ਼ਨ ਆ ਗਈ ਦੈਨ ਕੀ ਹੋਏਗਾ ਕਿ ਟਾਸਕ ਉੱਥੇ ਰੁਕ ਜਾਏਗਾ। ਦੈਨ ਜੋ ਉਹਦੇ ਕੋਲ ਵਰਡ ਟ੍ਰਾਂਸਫਰ ਹੋਏ ਨੇ ਜਾਂ ਜੋ ਵੀ ਉਹਦੇ ਕੋਲ IO ਕਮਾਂਡਸ ਆਈਆਂ ਨੇ ਉਹਨਾਂ ਦੇ ਅਕੋਰਡਿੰਗ ਉਹ ਦੁਬਾਰਾ ਸਟਾਰਟਿੰਗ ਪੁਆਇੰਟ 'ਤੇ ਜਾਏਗਾ। ਦੈਨ DMA IO। DMA IO ਦੇ ਵਿੱਚ ਕੀ ਹੈ, ਇਹਨਾਂ ਨੇ ਡਾਇਗਰਾਮ ਬਣਾਈ ਹੈ ਜੀ, ਦੇਖੋ ਕਿ ਡਾਇਰੈਕਟ ਮੈਮਰੀ ਅਸੈਸ ਕਰ ਰਿਹਾ, ਉਹ CPU ਹੈ, ਮੈਮਰੀ ਆਪਸ 'ਚ ਇੰਟਰਕਨੈਕਟਡ ਨੇ। ਇਹਨਾਂ ਨੇ ਇੱਥੇ ਲਿਖਿਆ ਦੇਖੋ ਮੈਸੇਜ 1 CPU ਦੇ ਰਿਹਾ ਹੈ, ਕਿਹਨੂੰ ਦੇ ਰਿਹਾ ਹੈ, DMA। ਦੈਨ ਉੱਥੋਂ ਬੱਸ ਰਿਕੁਐਸਟ ਆ ਰਹੀ ਹੈ। ਦੈਨ ਇੱਥੇ ਦੇਖੋ ਆਪਣੇ ਕੋਲ ਐਕਨੋਲੇਜਮੈਂਟ ਹੈ ਇਹ ਅਤੇ ਡਾਟਾ, ਉਹ ਡਿਸਕ ਕੰਟਰੋਲਰ ਤੋਂ ਡਾਟਾ ਲੈ ਰਿਹਾ, ਉਹਨੂੰ ਐਕਨੋਲੇਜ ਦੇ ਰਿਹਾ ਕਿ ਹਾਂ ਮੇਰੇ ਕੋਲ ਡਾਟਾ ਮਿਲ ਗਿਆ, ਉਹ 'ਤੇ ਜੋ ਵੀ ਹੈ ਟਾਸਕ ਪਰਫੋਰਮ ਹੋ ਗਿਆ ਜਾਂ ਨਹੀਂ ਹੋ ਗਿਆ। ਦੈਨ ਇਹਦੇ ਵਿੱਚ ਕੀ ਹੈ, DMA ਡਾਇਰੈਕਟ ਮੈਮਰੀ ਅਸੈਸ ਹੈ, ਸਟਾਰਟ ਕੰਡੀਸ਼ਨ 'ਤੇ ਹੈ, ਇਹ ਸੇਮ ਉੱਥੇ ਇਸ਼ੂ IO ਕਮਾਂਡ ਕਰੇਗਾ। ਫਿਰ ਇੰਟਰਪਸ਼ਨ ਆ ਗਈ, ਇੰਟਰਪਟ DMA ਰੈਡੀ ਫॉर ਦਾ ਡਾਟਾ ਟ੍ਰਾਂਸਫਰ। ਉਹਨੇ ਇੰਟਰਪਸ਼ਨ ਦੇ ਦਿੱਤੀ ਕਿ ਉਹ ਤਿਆਰ ਹੈ ਕੰਮ ਕਰਨ ਦੇ ਲਈ, ਡਾਟਾ ਟ੍ਰਾਂਸਫਰ ਕਰਨ ਦੇ ਲਈ। ਦੈਨ ਉਹ ਕੀ ਕਹੇਗਾ, ਵੇਟ। ਫਿਰ ਇੰਟਰਪਸ਼ਨ ਆਈ ਕਿ DMA ਨੇ ਆਪਣਾ ਡਾਟਾ ਟ੍ਰਾਂਸਫਰ ਦਾ ਜੋ ਕੰਮ ਸੀ ਉਹ ਫਿਨਿਸ਼ ਕਰ, ਦੈਨ ਉਹ ਸਟੋਪ ਕਰ ਜਾਏਗਾ। ਦੈਨ ਆਪਣੇ ਕੋਲ ਇਹ ਸਾਰੀਆਂ ਚੀਜ਼ਾਂ ਸੀ ਜੋ ਕੰਪਿਊਟਰ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਟਾਸਕ ਪਰਫੋਰਮ ਕਰਦੇ ਹਾਂ, ਕਿਹੜੇ ਵੇਰੀਅਸ ਡਿਵਾਈਸਿਸ ਨੇ ਜੋ ਅਲੱਗ-ਅਲੱਗ ਤਰ੍ਹਾਂ ਦੇ ਟਾਸਕ ਪਰਫੋਰਮ ਕਰਦੇ ਨੇ। ਦੈਨ ਆਪਣੇ ਕੋਲ ਇਹ ਆਰਕੀਟੈਕਚਰਸ ਆਉਂਦੇ ਨੇ ਕਿ ਹੁਣ ਇਹ ਟਾਸਕ ਨੂੰ ਆਪਾਂ ਪ੍ਰੋਪਰ ਕਿਹੜੇ ਮੈਥਡ ਨਾਲ, ਕਿਹੜੇ ਵੇ ਨਾਲ ਇਹਨਾਂ ਨੂੰ ਪਰਫੋਰਮ ਕਰ ਸਕਦੇ ਹਾਂ, ਉਹਦੇ ਲਈ ਆਪਣੇ ਕੋਲ ਅਲੱਗ-ਅਲੱਗ ਆਰਕੀਟੈਕਚਰਸ ਬਣੇ ਨੇ। ਦੈਨ ਉਹ ਆਰਕੀਟੈਕਚਰ ਐਂਡ ਆਰਗੇਨਾਈਜੇਸ਼ਨ ਆਫ ਕੰਪਿਊਟਰ ਹੈਜ਼ ਗੋਨ ਥਰੂ ਮੈਨੀ ਚੇਂਜਿਸ ਇਨ ਦਾ ਰੀਸੈਂਟ ਡਿਕੇਡਸ। ਇਹਦੇ ਵਿੱਚ ਕੀ ਚੀਜ਼ ਹੈ ਕਿ ਆਪਣੇ ਕੋਲ ਰਿਸਕ ਅਤੇ ਸਿਸਕ ਦੋ ਮੇਨ ਆਰਕੀਟੈਕਚਰਸ ਨੇ। ਸਿਸਕ ਦੇ ਵਿੱਚ ਕੀ ਹੈ, ਸਿਸਕ ਸਟੈਂਡਸ ਫॉर ਦਾ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ। ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ ਹੈ ਕਿ ਇਹਦੇ ਵਿੱਚ ਕੰਪਲੈਕਸਿਟੀ ਹੁੰਦੀ ਹੈ ਇੰਸਟਰਕਸ਼ਨਸ ਦੀ, ਕਾਫੀ ਸਾਰਾ ਕਮਾਂਡਸ ਹੁੰਦੀਆਂ ਨੇ ਇਹਦੇ ਵਿੱਚ ਕੀ ਹੈਵ ਅ ਲਾਰਜ ਸੈਟ ਆਫ ਇੰਸਟਰਕਸ਼ਨਸ ਇਨਕਲੂਡਿੰਗ ਕੰਪਲੈਕਸ ਵਨਸ, ਕਿ ਮਤਲਬ ਕੰਪਲੈਕਸਿਟੀ ਵੀ ਹੋ ਸਕਦੀ ਹੈ ਕਿਉਂਕਿ ਕਾਫੀ ਜ਼ਿਆਦਾ ਇਹਦੇ ਵਿੱਚ ਇੰਸਟਰਕਸ਼ਨਸ ਨੇ। ਇਹ 'ਚ ਇਹਨਾਂ ਨੇ ਕਿਹਾ ਸਿਸਕ ਬੇਸਡ ਕੰਪਿਊਟਰ ਇਜ਼ ਈਜ਼ੀਅਰ ਦੈਨ ਇਨ ਅਦਰ ਡਿਜ਼ਾਈਨਸ ਬਿਕੋਜ਼ ਦੇਅਰ ਇਜ਼ ਅ ਸਿੰਗਲ ਇੰਸਟਰਕਸ਼ਨ ਫॉर ਬਹੁਤ ਸਿੰਪਲ ਐਂਡ ਕੰਪਲੈਕਸ ਟਾਸਕ। ਤਾਂ ਇਹਦੇ ਵਿੱਚ ਇੰਸਟਰਕਸ਼ਨ ਸਿੰਗਲ, ਕਾਫੀ ਸਾਰੀਆਂ ਇੰਸਟਰਕਸ਼ਨਸ ਤਾਂ ਹੈ ਬਟ ਸਿੰਗਲ ਇੰਸਟਰਕਸ਼ਨ ਸਿੰਗਲ ਟਾਸਕ ਨੂੰ, ਜਾਂ ਫਿਰ ਕੰਪਲੈਕਸ ਟਾਸਕ ਹੈਗੇ ਨੇ ਪਰਫੋਰਮ ਕਰਨੇ ਨੇ ਉਹਨੇ ਕੰਮ, ਜੋ ਵੀ ਉਹਨਾਂ 'ਤੇ ਕੰਮ ਕਰਨਾ ਹੈ ਤਾਂ ਪਰ ਉਹਦੇ ਲਈ ਇੰਸਟਰਕਸ਼ਨ ਕੀ ਹੋਊਗੀ, ਇੱਕੋ ਹੀ ਹੋਊਗੀ। then therefore do not have to write a set of instructions to do a complex task। ਮਤਲਬ ਜੋ ਕਾਫੀ ਵੱਡਾ ਕੰਮ ਹੈ ਉਹਨੂੰ ਕਰਨ ਦੇ ਲਈ ਉਹਨੂੰ ਵਾਰ-ਵਾਰ ਇੰਸਟਰਕਸ਼ਨਸ ਨੂੰ ਲਿਖਣ ਦੀ ਲੋੜ ਨਹੀਂ, ਸਿਰਫ ਇੱਕ ਵਾਰ ਉਹ ਇੰਸਟਰਕਸ਼ਨ ਦੇਗਾ ਅਤੇ ਉਹ ਜਿਹੜਾ ਕੰਪਲੈਕਸ ਪ੍ਰੋਗਰਾਮ ਹੈ ਉਹ ਰਨ ਹੁੰਦਾ ਰਹੇਗਾ। ਇਹਦੇ ਵਿੱਚ ਕੀ ਹੈ, ਰਿਸਕ ਦੇ ਵਿੱਚ ਰਿਡਿਊਸਡ ਇੰਸਟਰਕਸ਼ਨ ਸੈਟ ਕੰਪਿਊਟਰ,
मतलब इंस्ट्रक्शंस रिड्यूस करतियाँ यानी कि हैव अ स्मॉल सेट ऑफ इंस्ट्रक्शंस दैट डू अ मिनिमम नंबर ऑफ सिंपल ऑपरेशंस। ये सिंपल ऑपरेशंस परफॉर्म करता है। कंपलैक्स इंस्ट्रक्शंस आर सिमुलेटेड यूजिंग अ सबसेट ऑफ सिंपल इंस्ट्रक्शंस। जो सिंपल इंस्ट्रक्शंस ने उन्होंने जो सबसेट फिर भी आप उन्होंने अगे तोड़ दें ਜਿਹੜੀਆਂ ਉਹ ਨੇ ਉਹ ਕੰਪਲੈਕਸ टास्क जिवें आप कहते हैं ਕੰਪਲੈਕਸ जो टास्क है ਜਾਂ प्रोग्राम है ਜਾਂ ਵੱਡਾ प्रोग्राम है ਉਹਨੂੰ ਆਪਾਂ छोटे छोटे प्रोग्राम्स ਦੇ ਵਿੱਚ ਤੋੜ ਦਈਏ ਤਾਂ ਫਿਰ ਆਪਾਂ ਛੋਟੀਆਂ ਛੋਟੀਆਂ ਇੰਸਟਰਕਸ਼ਨਸ ਦੇ ਨਾਲ ਉਹਨਾਂ ਨੂੰ ਪਰਫਾਰਮ ਕਰਵਾਈਏ ਉਹਨਾਂ ਤੋਂ ਆਪਾਂ ਆਊਟਪੁੱਟ ਲਈਏ। ਪ੍ਰੋਗਰਾਮਿੰਗ ਇਨ ਰਿਸਕ ਇਜ਼ ਮੋਰ ਡਿਫਿਕਲਟ ਐਂਡ ਟਾਈਮ ਕੰਜ਼ਿਊਮਿੰਗ। ਇਹਦੇ 'ਚ ਕਿਉਂਕਿ ਦੇਖੋ ਹੁਣ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਇੰਸਟਰਕਸ਼ਨ ਸੈੱਟ ਨੂੰ ਛੋਟੇ ਛੋਟੇ ਉਹਨਾਂ ਦੇ ਵਿੱਚ ਤੋੜ ਦਿੰਦੇ ਆ। ਜੋ ਆਪਰੇਸ਼ਨਸ ਨੇ ਵੱਡੇ ਕੰਪਲੈਕਸ ਪ੍ਰੋਗਰਾਮਿੰਗਸ ਨੇ ਜੋ ਉਹਨਾਂ ਨੂੰ ਆਪਾਂ ਛੋਟੇ ਪ੍ਰੋਗਰਾਮਸ ਦੇ ਵਿੱਚ ਤੋੜਦੇ ਹਾਂ ਅਤੇ ਛੋਟੀਆਂ ਛੋਟੀਆਂ ਇੰਸਟਰਕਸ਼ਨਸ ਦਿੰਦੇ ਹਾਂ। ਫਿਰ ਜਦੋਂ ਸੋਲਵ ਹੋ ਜਾਊਗਾ ਦੈਨ ਉਹਨਾਂ ਨੂੰ ਆਪਾਂ ਦੁਬਾਰਾ ਰੀਜੁਆਇਨ ਕਰ ਦਿੰਦੇ ਹਾਂ। ਅਤੇ ਇਹ ਸਾਰੀਆਂ ਚੀਜ਼ਾਂ ਲਈ ਓਬਵੀਅਸਲੀ ਟਾਈਮ ਜ਼ਿਆਦਾ ਲੱਗੇਗਾ ਅਤੇ ਕਾਫੀ ਡਿਫੀਕਲਟ ਵੀ ਹੋ ਜਾਏਗਾ ਕਿਉਂਕਿ ਜਦੋਂ ਇੰਸਟਰਕਸ਼ਨਸ ਨੂੰ ਆਪਾਂ ਤੋੜੇ ਹੈ ਉਹਨਾਂ ਦੇ ਲਈ ਜੋ ਵੀ ਆਪਾਂ ਟਾਸਕ ਨੂੰ ਰੋਕੇ ਹੈ ਤਾਂ ਉਹ ਸਾਰੀਆਂ ਚੀਜ਼ਾਂ ਕੀ ਹੋਣਗੀਆਂ ਉਹਦੇ ਵਿੱਚ ਥੋੜ੍ਹਾ ਟਾਈਮ ਕੰਜ਼ਿਊਮ ਕਰਨਗੀਆਂ ਬਿਕੋਜ਼ ਮੋਸਟ ਆਫ ਕੰਪਲੈਕਸ ਇੰਸਟਰਕਸ਼ਨਸ ਆਰ ਸਿਮੂਲੇਟਡ ਯੂਜ਼ਿੰਗ ਸਿੰਪਲ ਇੰਸਟਰਕਸ਼ਨਸ। ਨੈਕਸਟ ਆਪਣੇ ਕੋਲ ਹੈ ਪਾਈਪਲਾਈਨਿੰਗ। ਪਾਈਪਲਾਈਨਿੰਗ ਕੀ ਹੈ? ਦੇਖੋ ਆਪਾਂ ਪਾਈਪਲਾਈਨਿੰਗ ਤੋਂ ਮੇਨ ਲਾਈਏ ਕਿ ਇੱਕ ਪਾਈਪ ਮੈਥਡ ਹੈ। ਪਾਈਪ ਕੀ ਹੁੰਦੀ? ਇੱਕ ਲੰਬੀ ਲਾਈਨ ਹੈ ਜਿਹਦੇ ਥਰੂ ਟਾਸਕ ਆਪਣੇ ਜਾਂਦੇ ਰਹਿਣਗੇ, ਮਤਲਬ ਸੀਰੀਅਲਾਈਜੇਸ਼ਨ ਹੋਏਗੀ ਇਹਦੇ ਵਿੱਚ ਕਿ ਫਸਟ ਫਿਰ ਸੈਕਿੰਡ ਫਿਰ ਥਰਡ ਫਿਰ ਫੋਰਥ, ਤਾਂ ਉਹ ਪਾਈਪਲਾਈਨ ਮੈਥਡ ਉਹਨਾਂ ਨੂੰ ਪਾਈਪਲਾਈਨਿੰਗ ਕਹਿੰਦੇ ਆ। Modern computer use a technique called the pipelining to improve the throughput, total number of instructions performed in each period of time। जो instructions ने turn by turn time to time अपना हो task perform करदियाँ ने। then ਉਸ ਤੋਂ ਬਾਅਦ ਹੈ parallel processing। parallel processing ਦੇ ਵਿੱਚ ਕੀ ਹੁਣ ਪਾਈਪਲਾਈਨਿੰਗ ਦੇ ਵਿੱਚ ਆਪਾਂ ਦੇਖਿਆ ਜਾਏ ਤਾਂ ਕਾਫੀ ਟਾਈਮ ਲੱਗੇਗਾ ਇਹਦੇ ਵਿੱਚ ਟਾਸਕ ਨੂੰ ਪਰਫੋਰਮ ਹੋਣ ਦੇ ਵਿੱਚ ਕਿਉਂਕਿ ਇੱਕ ਇੱਕ ਇੰਸਟਰਕਸ਼ਨ ਨੇ ਇੱਕ ਇੱਕ ਟਾਈਮ 'ਤੇ ਕੰਮ ਕਰਨਾ। ਪੈਰਲਲ ਪ੍ਰੋਸੈਸਿੰਗ ਦੇ ਵਿੱਚ ਆਪਾਂ ਕੀ ਯੂਜ਼ ਕਰ ਸਕਦੇ ਹਾਂ ਕਿ ਜੋ ਇੱਕ ਟਾਸਕ ਹੈ ਉਹ ਪਰਫੋਰਮ ਹੋਏਗਾ ਉਹਦੇ ਪੈਰਲਲੀ ਸੈਕਿੰਡ ਜੋ ਟਾਸਕ ਹੈ ਆਪਾਂ ਪਰਫੋਰਮ ਕਰਵਾ ਸਕਦੇ ਹਾਂ। ਟ੍ਰੈਡੀਸ਼ਨਲੀ ਅ ਕੰਪਿਊਟਰ ਹੈਡ ਅ ਸਿੰਗਲ ਕੰਟਰੋਲ ਯੂਨਿਟ, ਸਿੰਗਲ ਅਰਥਮੈਟਿਕ ਲੌਜੀਕਲ ਯੂਨਿਟ ਐਂਡ ਸਿੰਗਲ ਮੈਮਰੀ ਯੂਨਿਟ। ਵਿਦ ਐਵੋਲਿਊਸ਼ਨ ਇਨ ਟੈਕਨੋਲੋਜੀ ਐਂਡ ਦਾ ਡਰੋਪ ਇਨ ਕੋਸਟ ਆਫ ਕੰਪਿਊਟਰ ਹਾਰਡਵੇਅਰ ਕਿ ਉਹਦੀ ਜੋ ਕੋਸਟ ਹੈ ਉਹ ਘੱਟ ਗਈ then we can have a single computer with the multiple control units। ਹੁਣ ਕੀ ਆਪਣੇ ਕੋਲ ਹੋ ਸਕਦਾ ਹੈ ਕਿ ਸਿੰਗਲ ਕੰਪਿਊਟਰ ਹੋਵੇ ਬਟ ਉਹਦੇ ਵਿੱਚ ਮਲਟੀਪਲ ਕੀ ਨੇ ਕੰਟਰੋਲ ਯੂਨਿਟਸ ਹੋਣ, ਮਲਟੀਪਲ ਅਰਥਮੈਟਿਕ ਲੌਜੀਕਲ ਯੂਨਿਟਸ ਹੋਣ, ਮਲਟੀਪਲ ਮੈਮਰੀ ਯੂਨਿਟਸ ਹੋਣ। ਤਾਂ ਜੇ ਮਲਟੀਪਲ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਮਲਟੀਪਲ ਉਹ ਟਾਸਕ ਵੀ ਪਰਫੋਰਮ ਕਰ ਸਕਦੇ ਆ। ਇਸੇ ਲਈ ਆਪਾਂ ਕੀ ਹੈ ਕਿ ਉਹਨਾਂ ਨੂੰ ਪੈਰਲਲੀ ਕਾਫੀ ਸਾਰੇ ਟਾਸਕ ਆਪਾਂ ਪਰਫੋਰਮ ਕਰਵਾ ਸਕਦੇ ਹਾਂ। ਇਹਨਾਂ ਨੇ ਕੀ ਦੇਖੋ ਆਰਗੇਨਾਈਜੇਸ਼ਨ ਹੈ ਸਿਸਡ ਮਤਲਬ ਸਿੰਗਲ ਇੰਸਟਰਕਸ਼ਨ ਸਟਰੀਮ ਜਾਂ ਸਿੰਗਲ ਡਾਟਾ ਸਟਰੀਮ, ਸਿੰਗਲ ਇੰਸਟਰਕਸ਼ਨ ਠੀਕ ਹੈ ਉਹਦੇ 'ਤੇ ਇੱਕ ਇੱਕ ਕਰਕੇ ਜੋ ਆ ਰਹੀਆਂ ਨੇ ਉਹਨਾਂ 'ਤੇ ਆਪਾਂ ਉਵੇਂ ਹੀ ਟਾਸਕ ਪਰਫੋਰਮ ਕਰ ਰਹੇ ਹਾਂ। MISD ਇੱਥੇ ਆਪਾਂ ਆਰਗੇਨਾਈਜੇਸ਼ਨ ਦੇ ਅੰਡਰ ਆਉਂਦਾ, ਮਲਟੀਪਲ ਇੰਸਟਰਕਸ਼ਨਸ ਨੂੰ ਵੀ ਆਪਾਂ ਪਰਫੋਰਮ ਕਰਵਾ ਸਕਦੇ ਹਾਂ। ਇਹਨਾਂ ਨੇ ਕਿਹਾ ਸਿਸਡ ਆਰਗੇਨਾਈਜੇਸ਼ਨ। ਸਿਸਡ ਆਰਗੇਨਾਈਜੇਸ਼ਨ ਦੇ ਵਿੱਚ ਦੇਖੋ ਇਹਨਾਂ ਨੇ ਇਹ ਡਾਟਾ ਸਟਰੀਮ ਹੈ, ਇੰਸਟਰਕਸ਼ਨ ਸਟਰੀਮ ਹੈ। ਇੰਸਟਰਕਸ਼ਨ ਦਿੱਤੀ ਹੈ ਕਿ ਇਹ ਰਜਿਸਟਰ R1 ਹੈ ਜੋ ਉਹਦੇ ਵਿੱਚ ਆਪਾਂ ਡਾਟਾ 40 ਦੈਨ ਲੋਡ ਕਰਨਾ ਹੈ ਰਜਿਸਟਰ R1 ਦੇ ਵਿੱਚ ਡਾਟਾ 50 ਦੈਨ ਉਹਦੇ ਕੋਲ ਡਾਟਾ ਸਟਰੀਮ ਜਾ ਰਹੀ ਹੈ ਕਿ ਆਪਾਂ ਉਵੇਂ ਆਪਾਂ ਉਸ ਚੀਜ਼ ਨੂੰ ਸੇਵ ਕਰ ਰਹੇ ਹਾਂ। ਕੰਟਰੋਲ ਯੂਨਿਟ, PU ਪ੍ਰੋਗਰਾਮਰ ਯੂਨਿਟ, ਮੈਮਰੀ ਯੂਨਿਟ ਇਹ ਸਾਰੇ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਕਨੈਕਟ ਨੇ। ਸਿਮਡ ਆਰਕੀਟੈਕਚਰ ਹੈ ਕਿ ਸਿੰਗਲ ਇੰਸਟਰਕਸ਼ਨਸ ਠੀਕ ਹੈ ਮਲਟੀਪਲ ਡਿਵਾਈਸਿਸ, ਸਿੰਗਲ ਇੰਸਟਰਕਸ਼ਨ ਮਲਟੀਪਲ ਡਿਵਾਈਸਿਸ, ਸਿੰਗਲ ਇੰਸਟਰਕਸ਼ਨ ਨੂੰ ਮਲਟੀਪਲ ਡਿਵਾਈਸਿਸ ਕੰਮ ਕਰ ਰਹੇ ਨੇ। ਮਲਟੀਪਲ ਡਿਵਾਈਸਿਸ ਦੇਖੋ ਕੰਟਰੋਲ ਯੂਨਿਟ ਕੋਲੋਂ ਸਿਰਫ ਇੱਕ ਇੰਸਟਰਕਸ਼ਨ ਆਈ ਹੈ। ALU ਦੇਖੋ 3 ਤਰ੍ਹਾਂ ਦੇ ਨੇ, ਉਹ ਸਾਰੇ ਕੀ ਨੇ ਰਲ ਕੇ ਇਕੱਠੇ ਹੋ ਕੇ ਉਹਦੇ 'ਤੇ ਟਾਸਕ ਪਰਫੋਰਮ ਕਰ ਰਹੇ ਨੇ। ਇਹਦੇ ਵਿੱਚ ਹੈ MISD ਮਤਲਬ ਮਲਟੀਪਲ ਇੰਸਟਰਕਸ਼ਨਸ ਨੇ ਸਿੰਗਲ ਡਿਵਾਈਸਿਸ ਹੈ। ਮਲਟੀਪਲ ਇੰਸਟਰਕਸ਼ਨਸ ਨੇ ਸਿੰਗਲ ਡਿਵਾਈਸਿਸ ਦੇ ਵਿੱਚ ਦੇਖੋ ਇਹ ਕਾਫੀ ਸਾਰੇ ਆਪਣੇ ਆਪਣੇ ਟਾਸਕ ਉਹਨਾਂ ਨੂੰ ਦੇ ਰਹੇ ਨੇ। ਦੈਨ ਸਿੰਪਲ ਕੰਪਿਊਟਰ ਹੈ ਆਪਣਾ। ਸਿੰਪਲ ਕੰਪਿਊਟਰ ਦੇ ਵਿੱਚ ਕੀ ਹੈ ਕਿ ਆਰਕੀਟੈਕਚਰ ਹੈ ਕਾਫੀ ਸਿੰਪਲ ਹੈ ਉਹਦੇ ਵਿੱਚ ਕਿ ਸਿੰਪਲ ਹੀ ਆਪਾਂ ਉਹਨਾਂ ਨੂੰ ਟਾਸਕ ਪਰਫੋਰਮ ਕਰਵਾਉਂਦੇ ਹਾਂ। ਜਿਵੇਂ ਇਹਨਾਂ ਨੇ ਕਿਹਾ ਦੇਖੋ CPU ਉਹਦੇ ਵਿੱਚ ਕੀ ਸੀਗਾ ਮੈਮਰੀ ਯੂਨਿਟ ਪਹਿਲਾਂ ਆਪਾਂ ਦੇਖਿਆ ਸੀ ਜੋ ਡਾਇਗਰਾਮ ਦੇ ਵਿੱਚ ਇੱਕ ਸਾਈਡ ਆਪਣੇ ਕੋਲ CPU ਸੀ, ਇੱਕ ਸਾਈਡ ਆਪਣੇ ਕੋਲ ਮੈਮਰੀ ਯੂਨਿਟ ਸੀ ਅਤੇ ਉਹ ਆਪਸ 'ਚ ਵੀ ਇੰਟਰਕਨੈਕਟਡ ਸੀ। ਅੱਗੇ ਉਹ ਇਨਪੁੱਟ ਅਤੇ ਆਊਟਪੁੱਟ ਡਿਵਾਈਸਿਸ ਨਾਲ ਵੀ ਇੰਟਰਕਨੈਕਟਡ ਸੀ। ਹੁਣ ਕੀ ਨੇ IO ਡਿਵਾਈਸਿਸ CPU ਨਾਲ ਨੇ, CPU ਮੈਮਰੀ ਤੋਂ ਆਪਣਾ ਕੰਮ ਲਏਗੀ। ਦੈਨ ਇਹਦੇ ਅੰਡਰ ਆਪਣੇ ਕੋਲ ਜੋ ਇੰਸਟਰਕਸ਼ਨ ਐਗਜ਼ੀਕਿਊਸ਼ਨਸ ਆਪਾਂ ਕਰਦੇ ਹਾਂ, ਇੰਸਟਰਕਸ਼ਨ ਐਗਜ਼ੀਕਿਊਸ਼ਨ ਦੇ ਵਿੱਚ ਆਪਣੇ ਕੋਲ ਇੰਸਟਰਕਸ਼ਨ ਸੈਟਸ ਹੁੰਦੇ ਨੇ। ਇੰਸਟਰਕਸ਼ਨ ਸੈਟਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ ਕਿ ਕਾਫੀ ਸਾਰੀਆਂ ਇੰਸਟਰਕਸ਼ਨਸ ਨੇ ਤਾਂ ਇਹਦੇ ਮੇਨਲੀ 2 ਪਾਰਟਸ ਨੇ। ਇੰਸਟਰਕਸ਼ਨ ਨੂੰ ਪਰਫੋਰਮ ਕਰਨ ਲਈ 2 ਮੇਨ ਪਾਰਟ ਹੋਣੇ ਜ਼ਰੂਰੀ ਹੈ। ਇੱਕ ਤਾਂ ऑपरेंड, ਇੱਕ ऑपरेशन कोड। ऑपरेंड की जो डाटा जिते आप टास्क परफॉर्म करना है
फिर एक ऑपरेशन कोड, एक वो कोड ਜਿਹੜਾ ਆਪਾਂ ਡਾਟਾ ਤੇ ਜੋ ਕੰਮ ਜਾਂ ਜੋ ਟਾਸਕ ਆਪਾਂ ਪਰਫਾਰਮ ਕਰਵਾਉਣਾ ਹੈ। ਤੇ ਦੋ ਚੀਜ਼ਾਂ ਨੇ, ਆਪਰੇਸ਼ਨ ਕੋਡ ਮਤਲਬ ਉਸ ਆਪਰੇਸ਼ਨ ਦਾ ਕੋਡ ਜਿਹੜਾ ਆਪਰੇਸ਼ਨ ਆਪਾਂ ਉਸ ਡਾਟਾ 'ਤੇ ਪਰਫਾਰਮ ਕਰਵਾਉਣਾ ਹੈ। ਡਾਟਾ ਨੂੰ ਆਪਾਂ ਕੀ ਕਹਿੰਦੇ ਆ, ਆਪਰੈਂਡ ਕਹਿੰਦੇ ਆ। ਪ੍ਰੋਸੈਸਿੰਗ ਦਾ ਇੰਸਟਰਕਸ਼ਨਸ ਆਪਣੇ ਕੋਲ ਹੈ ਕਿ ਇੰਸਟਰਕਸ਼ਨਸ ਨੂੰ ਕਿਵੇਂ ਪ੍ਰੋਸੈਸ ਕਰਦੇ ਆ। ਆਪਾਂ ਉੱਪਰ ਪੜ੍ਹਿਆ ਹੈ ਕਿ ਇਹਦੀਆਂ 3 ਫੇਜ਼ਿਸ ਨੇ, ਫੈਚ ਆਊਟ ਕਰਨਾ, ਡੀਕੋਡ ਕਰਨਾ ਐਂਡ ਐਗਜ਼ੀਕਿਊਟ ਕਰਨਾ। ਇਹ ਮੈਂ ਤੁਹਾਨੂੰ ਆਲਰੇਡੀ ਦੱਸਤਾ ਬੱਚੇ, ਤੇ ਤੁਸੀਂ ਇਹਦੇ ਵਿੱਚੋਂ ਈਜ਼ੀਲੀ ਇਹਨੂੰ ਪੜ੍ਹ ਸਕਦੇ ਹੋ। ਦੈਨ ਇਹਨਾਂ ਨੇ ਇੱਕ ਐਗਜ਼ਾਮਪਲ ਲੈ ਕੇ ਸਮਝਾਇਆ। ਇਹ ਕੀ ਨੇ, ਇਹ ਦੇਖੋ A ਤੇ B ਕੀ ਨੇ ਆਪਣੇ ਕੋਲ, ਆਪਰੈਂਡਸ ਨੇ, ਤੇ ਪਲੱਸ ਕੀ ਆਪਣੇ ਕੋਲ ਆਪਰੇਸ਼ਨ ਹੈ। ਤਾਂ ਇਹਦੇ ਲਈ ਇਹਨਾਂ ਨੂੰ ਅਲੱਗ ਤੋਂ ਕੋਡ ਦੇਣਾ ਕਿ ਜੋ ਆਪਣੇ ਕੋਲ ਇਸ ਚੀਜ਼ ਦੇ ਵਿੱਚ ਟਾਸਕ ਪਰਫਾਰਮ ਹੋ ਰਿਹਾ ਤਾਂ ਕਿੱਦਾਂ ਦਾ ਟਾਸਕ ਪਰਫਾਰਮ ਕਰਨਾ ਆਪਾਂ ਨੇ। ਦੈਨ ਬੱਚੇ ਇਹ ਸੀ ਆਪਣਾ ਚੈਪਟਰ ਕੰਪਿਊਟਰ ਆਰਗੇਨਾਈਜੇਸ਼ਨ, ਜਿਹਦੇ ਵਿੱਚ ਆਪਾਂ ਨੇ ਕੰਪਿਊਟਰ ਸੈਟਸ ਦਾ, ਕੰਪਿਊਟਰ ਦੇ ਜੋ ਸਾਰੇ ਪਾਰਟਸ ਹੈ ਉਹਨਾਂ ਬਾਰੇ ਕਿ ਉਹ ਸਾਰੇ ਕੀ ਟਾਸਕ ਪਰਫਾਰਮ ਕਰਦੇ ਨੇ, ਜੋ ਆਈਓ ਡਿਵਾਈਸਿਸ ਨੇ, ਮੈਮਰੀ ਯੂਨਿਟਸ ਨੇ, ਕੰਟਰੋਲ ਯੂਨਿਟਸ ਨੇ, ALU ਹੈ, ਇਹ ਸਾਰੇ ਕਿੱਦਾਂ ਆਪਣਾ ਟਾਸਕ ਪਰਫਾਰਮ ਕਰਦੇ ਆ। ਫਿਰ ਆਪਾਂ ਇੰਸਟਰਕਸ਼ਨ ਸੈਟਸ ਵੀ ਕੀਤਾ ਕਿ ਇੰਸਟਰਕਸ਼ਨ ਸੈਟਸ ਦੇ ਵਿੱਚ ਇੰਸਟਰਕਸ਼ਨ ਸਾਈਕਲ ਦੇ ਵਿੱਚ ਕੀ ਚੀਜ਼ਾਂ ਨੇ, ਪ੍ਰੋਗਰਾਮ ਐਗਜ਼ੀਕਿਊਸ਼ਨ ਕੀ ਹੁੰਦੀ ਆ, ਉਹਦੇ ਵਿੱਚ ਉਹਦੀਆਂ 3 ਫੇਜ਼ਿਸ ਨੇ, ਫੈਚਿੰਗ, ਡੀਕੋਡਿੰਗ ਐਂਡ ਐਗਜ਼ੀਕਿਊਸ਼ਨ। ਤਾਂ ਫਿਰ ਉਹਦੇ ਲਈ ਆਪਾਂ ਜਿਹੜੇ ਆਰਕੀਟੈਕਚਰਸ ਨੇ, ਆਰਗੇਨਾਈਜੇਸ਼ਨਸ ਨੇ, ਕਿਹੜੀਆਂ ਨੇ, ਰਿਸਕ ਐਂਡ ਸਿਸਕ, ਤਾਂ ਉਹ ਸਾਰੀਆਂ organizations ਕੀ task perform ਕਰਦੀਆਂ ਨੇ। then I hope you all will understand this topic, then thank you and bye bye student।